अकाली दल के वर्कर तो अपनी पार्टी सपोर्ट करनगे, तुहाडे नाल क्यों आउणगे? उन्होंने तुहानूं बाहर दा करदा रस्ता दिखाता। ठीक है, बादल मेरा प्रधान नहीं, मैं उन्हें मैनूं कढ़ता बाहर, पर श्रोमणी अकाली दल जिहड़ियां मेरी रगां चों कित्थों कढ़ दो? तुहाडी बैक ते कौन है, कौन सपोर्ट कर रहा है? सिक्खां दी शक्ति मेरे पिछे। कोई कही जांदा इत्थे गोलक च पैसा ना पाओ, कोई कही जांदा उत्थे सेवा ना दिओ, कोई कहंदे उत्थे लुੱਟ के खा गए। एक पासे तुसीं कह रहे हो कि इतिहासक बहुत इहदी लड़ाइयां ने, तां कि उस इतिहासक पार्टी नूं, उस जथेबंदी नूं तुसीं हराउणा हुण मुੱਖ मकसद मन्निਆ? जिद्दां लोकी वकाऊ बाल बनते ना, जिहड़े बिजनेसमैन हुंदे आ, जिहड़े सियासी लोग, ਇਹ ਜ਼ਿੰਦਗੀ ਵਿੱਚ ਕੋਈ ਕਲੰਕ ਨਹੀਂ ਮੇਰੇ ਤੇ ਲਾ ਸਕਦਾ, ਨਾ ਮੈਂ ਕਦੀ ਕਰਾਂਗਾ। जी इतिहास च देखिए तो श्रोमणी अकाली दल बहुत बने ने, पर प्रवान नहीं कोई चढ़िया। ਤੁਹਾਨੂੰ ਕੀ ਲੱਗਦਾ श्रोमणी अकाली दल पंथ प्रवान चढ़ चुका? दर्द जिहा ही आई ਜਾਂਦਾ ਸੀ ਜਦੋਂ ਅਸੀਂ ਗਾਲਾਂ ਖਾਧੀਆਂ, ਬਹੁਤ ਗਾਲਾਂ ਖਾਧੀਆਂ। ਕਦੀ ਅਸੀਂ ਰਾਮ ਰਹੀਮ ਕਰਕੇ ਖਾਧੀਆਂ, ਕਦੇ ਅਸੀਂ ਬੇਅਦਬੀ ਕਰਕੇ ਖਾਧੀਆਂ, ਔਰ ਕਈ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਨੇ ਰਾਮ ਰਹੀਮ ਨੂੰ ਮਾਫ ਕੀਤਾ ਉਹਨਾਂ ਨੂੰ ਉੱਥੇ ਬਿਠਾਉਣ ਵਾਸਤੇ ਸਾਨੂੰ ਮਜਬੂਰ ਕਿਉਂ ਕੀਤਾ ਗਿਆ? ਇਹ ਸਾਰਾ ਕੁਝ ਤੁਸੀਂ ਡਿਫੈਂਡ ਕਰਦੇ ਰਹੇ ਹੋ, ਬੇਅਦਬੀ ਤੋਂ ਲੈ ਕੇ ਰਾਮ ਰਹੀਮ ਨੂੰ ਮਾਫੀ ਦਾ ਸਾਰਾ ਕੁਝ ਤੁਸੀਂ ਡਿਫੈਂਡ ਕਰਦੇ ਰਹੇ ਹੋ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਆਨੰਦਪ੍ਰੀਤ ਸਿੰਘ। ਪੰਥਕ ਹਲਕਿਆਂ ਦੇ ਵਿੱਚ ਕਾਫੀ ਹਲਚਲ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਪੰਥ ਨਾਮ ਦਾ ਜਦੋਂ ਜ਼ਿਕਰ ਹੁੰਦਾ ਤੇ ਚਰਚਾਵਾਂ ਚੱਲਣੀਆਂ ਸੁਭਾਵਕ ਸੀਗੀਆਂ। ਸ਼੍ਰੋਮਣੀ ਅਕਾਲੀ ਦਲ ਦੇ ਪੰਥ ਸਰਬੇ ਸਰਬਾ ਬੀਬੀ ਜਗੀਰ ਕੌਰ ਜੀ ਸਾਡੇ ਨਾਲ ਨੇ, ਗੱਲਬਾਤ ਕਰਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਰ ਸ਼੍ਰੋਮਣੀ ਅਕਾਲੀ ਦਲ ਪੰਥ ਇਹ ਪਾਰਟੀ ਹੈ, ਜਥੇਬੰਦੀ ਹੈ ਜਾਂ ਕੀ ਹੈ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਬੀਬੀ ਜੀ, ਸ਼੍ਰੋਮਣੀ ਅਕਾਲੀ ਦਲ ਪੰਥ ਫਿਰ ਕਹਿ ਸਕਦੇ ਹਾਂ ਇਹਨੂੰ ਪਾਰਟੀ ਜਾਂ ਫਿਰ ਇੱਕ ਜਥੇਬੰਦੀ ਹੈ ਜਾਂ ਫਿਰ ਕੁਛ ਹੋਰ ਨਾਮ ਤੁਸੀਂ ਦਿਓਗੇ? ਪਹਿਲਾਂ ਤਾਂ ਜੀ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕ ਸਿਆਸੀ ਪਾਰਟੀ ਹੈ ਜੀ, ਜਿਹੜੀ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਸੀ 15 ਨਵੰਬਰ 1920 ਨੂੰ, ਉਸ ਵੇਲੇ ਮਸੰਦਾ ਮਹੰਤਾ ਕੋਲੋਂ ਗੁਰਦੁਆਰੇ ਛਡਵਾਏ ਸੀ। ਅਜੇ ਸਿੱਖ ਰਹਿਤ ਮਰਿਆਦਾ ਪੂਰੀ ਤਰ੍ਹਾਂ ਲਾਗੂ ਕਰਨ ਵਾਸਤੇ ਬੜੇ ਯਤਨ ਕਰਨੇ ਪੈਣੇ ਸੀ, ਔਰ ਕਈ ਮੁਸ਼ਕਿਲਾਂ ਵੀ ਆ ਸਕਦੀਆਂ ਸੀ, ਕਿਉਂਕਿ ਕੋਈ ਬਾਹਰੀ ਹਮਲਾ ਹੋ ਸਕਦਾ ਸੀ ਜਾਂ ਸਿੱਖਾਂ ਦੇ ਉੱਤੇ ਭੀੜ ਵੀ ਬਣ ਸਕਦੀ ਸੀ। ਸਿੱਖ ਸਿਧਾਂਤ ਲਾਗੂ ਕਰਵਾਉਣ ਵਿੱਚ ਮੁਸ਼ਕਿਲ ਵੀ ਆ ਸਕਦੀ ਸੀ। ਅਤੇ ਉਸ ਵੇਲੇ ਦੇ ਸਿੱਖ ਕਿੰਨੇ ਸਿਆਣੇ ਸੀ, ਸਾਰੇ ਗੁਰਸਿੱਖਾਂ ਨੇ ਬੈਠ ਕੇ ਮਤਾ ਕੀਤਾ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਿਰਮੌਰ ਸੰਸਥਾ ਰਹੇ ਅਤੇ ਇਹਦੀ ਨਾਲ ਕੰਮ ਕਰਨ ਵਾਸਤੇ ਇੱਕ ਸ਼੍ਰੋਮਣੀ ਅਕਾਲੀ ਦਲ ਇੱਕ ਟਾਸਕ ਫੋਰਸ ਦੀ ਤੌਰ 'ਤੇ ਬਣਾਈ ਜਾਵੇ, ਜਿਹੜੇ ਕਿ ਸ਼ਕਤੀਸ਼ਾਲੀ ਹੋ ਕੇ ਕਿਤੇ ਬਾਹਰੀ ਹਮਲਾ ਹੋ ਜਾਏ, ਕਿਤੇ ਗੁਰਦੁਆਰਿਆਂ ਗੁਰਧਾਮਾਂ ਦੇ ਵਿੱਚ ਕਿਤੇ ਕੋਈ ਨੁਕਸਾਨ ਕੋਈ ਕਰਨ ਦੀ ਕੋਸ਼ਿਸ਼ ਕਰੇ ਤਾਂ ਇਹ ਡਟ ਕੇ ਖੜੇ ਹੋ ਕੇ ਇੱਕ ਫੋਰਸ ਬਣ ਕੇ ਕੰਮ ਕਰਨ। ਸਿੱਖ ਰਹਿਤ ਮਰਿਆਦਾ ਦੇ ਉੱਤੇ ਪਹਿਰੇਦਾਰੀ ਕਰਨ ਵਾਸਤੇ ਉਹਨਾਂ ਨੂੰ ਮਜ਼ਬੂਤ ਕਰਨਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਭਨਾਂ ਨੂੰ ਸਮਰਪਿਤ ਹੋਣ ਵਾਸਤੇ ਉਹਨਾਂ ਨੂੰ ਲਾਮਬੰਦ ਕਰਨਾ ਹੈ। ਇਹ ਕੰਮ ਨਾਲ ਹੀ ਕਰਵਾਉਣੇ ਸੀ ਸ਼੍ਰੋਮਣੀ ਅਕਾਲੀ ਦਲ ਨੇ, ਲੇਕਿਨ ਸ਼੍ਰੋਮਣੀ ਅਕਾਲੀ ਦਲ ਸਿਆਸੀ ਪਾਰਟੀ ਹੋਣ ਕਰਕੇ ਇਹਨਾਂ ਕੰਮਾਂ ਦੇ ਵਿੱਚ ਸਗੋਂ ਜ਼ਿਆਦਾ ਦਖਲਅੰਦਾਜ਼ੀ ਹੋਣ ਲੱਗ ਪਈ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਹੀ ਤੌਰ ਦੇ ਉੱਤੇ ਸਿੱਖ ਰਹਿਤ ਮਰਿਆਦਾ ਅਨੁਸਾਰ ਪ੍ਰਚਾਰ ਵੀ ਕਰੇ ਅਤੇ ਕਿਸੇ ਵੇਲੇ ਉਹਨਾਂ ਨੂੰ ਇੱਕ ਕਮੀ ਵੀ ਆ ਜਾਂਦੀ ਹੈ, ਘਾਟ ਵੀ ਪੈ ਜਾਂਦੀ ਹੈ ਅਤੇ ਪ੍ਰਚਾਰ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ। ਸੋ ਇਸ ਕਰਕੇ ਅਸੀਂ ਇਹ ਸੋਚਿਆ ਕਿ ਅੱਜ ਲੋਕਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਾਸਤੇ ਬੜਾ ਹੀ ਨੈਗੇਟਿਵਿਟੀ ਆਈ ਜਾਂਦੀ, ਕਿਉਂਕਿ ਸਿੱਖ ਜਿਹੜੇ ਹੈ ਤਕਰੀਬਨ ਸਾਰੀਆਂ ਸਿਆਸੀਆਂ ਪਾਰਟੀਆਂ ਚਲੇ ਗਏ, ਦੇਸ਼ ਵਿੱਚ ਵੀ ਹੈ ਅਤੇ ਵਿਦੇਸ਼ ਵਿੱਚ ਵੀ ਹੈ। ਕੋਈ ਪਾਰਟੀ ਦਾ ਸਿੱਧਾ ਲੀਡਰ ਹੈ, ਕੋਈ ਪਾਰਟੀ 'ਚ ਵਰਕਰ ਬਣ ਕੇ ਕੰਮ ਕਰਦਾ ਹੈ, ਕੋਈ ਵੋਟਰ ਹੀ ਹੈ ਇਕੱਲਾ। ਸੋ ਸਾਰੇ ਥਾਂ 'ਤੇ ਪਸਰੇ ਹੋਏ ਆ ਅਤੇ ਵਰਲਡ ਵਿੱਚ ਵੀ ਮੇਰਾ ਖਿਆਲ ਕੋਈ ਕੋਨਾ ਐਸਾ ਨਹੀਂ ਜਿੱਥੇ ਸਿੱਖ ਨਾ ਹੋਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਸਿੱਖਾਂ ਦੀ ਉਹ ਸਿਰਮੌਰ ਸੰਸਥਾ ਹੈ, ਸਾਰਿਆਂ ਦੀ, ਭਾਵੇਂ ਉਹ ਵੋਟ ਪਾਉਣ ਨਾ ਪਾਉਣ, ਰਾਏ ਤਾਂ ਦੇ ਸਕਦੇ ਹਨ। ਸਿੱਖਾਂ ਦੀ ਸੰਸਥਾ ਨੂੰ ਮਜ਼ਬੂਤ ਤੇ ਦੇਖਣਾ ਚਾਹੁੰਦੇ ਹਨ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਆਪਣਾ ਧੁਰਾ 'ਤੇ ਸਮਝਦੇ ਹਨ। ਸੋ ਜਦੋਂ ਉਹਦੇ ਵਿੱਚ ਇੱਕ ਪਾਰਟੀ ਦੀ ਕੋਈ ਦਖਲਅੰਦਾਜ਼ੀ ਹੋਵੇਗੀ ਤਾਂ ਸਿੱਖ ਬਰਦਾਸ਼ਤ ਨਹੀਂ ਕਰ ਰਹੇ। ਇਹੀਓ ਕਾਰਨ ਹੋਇਆ ਕਿ ਲੋਕ ਜਿਹੜੇ ਸੀਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਖਿਲਾਫ ਹੋਣ ਲੱਗ ਪਏ। ਕੋਈ ਕਹੀ ਜਾਂਦਾ ਇੱਥੇ ਗੋਲਕ 'ਚ ਪੈਸਾ ਨਾ ਪਾਓ, ਕੋਈ ਕਹੀ ਜਾਂਦਾ ਉੱਥੇ ਸੇਵਾ ਨਾ ਦਿਓ, ਕੋਈ ਕਹਿੰਦੇ ਉੱਥੇ ਲੁੱਟ ਕੇ ਖਾ ਗਏ, ਕੋਈ ਕਹਿੰਦਾ ਇੱਥੋਂ ਦਖਲਅੰਦਾਜ਼ੀਆਂ ਹੁੰਦੀਆਂ, ਕੋਈ ਮਤਲਬ ਹਰ ਚੀਜ਼ ਜਿਹੜੀ ਨੈਗੇਟਿਵ ਪ੍ਰਚਾਰ ਜਿਹੜਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਉਂ ਹੋਣ ਲੱਗ ਪਿਆ? ਕਿਉਂਕਿ ਉਹਨਾਂ ਨੇ ਮਹਿਸੂਸ ਕਰਨ ਲੱਗ ਪਏ ਕਿ ਇਕੱਲੀ ਸ਼੍ਰੋਮਣੀ ਅਕਾਲੀ ਦਲ ਹੀ
ਇਹਦੇ ਉੱਤੇ ਕਾਬਜ ਆਪਣੇ ਆਪ ਨੂੰ ਸਮਝਦੀ ਹੈ। ਜਦੋਂ ਕਿ ਚੋਣਾਂ ਹੁੰਦੀਆਂ ਤੇ ਚੋਣਾਂ ਸਾਰੇ ਹੀ ਲੜਦੇ ਆ, ਇਹ 'ਚ ਕੋਈ ਸ਼ੱਕ ਨਹੀਂ, ਕੋਈ ਆਜ਼ਾਦ ਲੜਦਾ, ਕੋਈ ਕੁਛ ਲੜਦਾ, ਲੇਕਿਨ ਲੋਕਾਂ ਦੇ ਮਨਾਂ 'ਚ ਬੈਠੀ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਘਰਸ਼ ਬੜੇ ਕੀਤੇ ਹੈ, ਇਹਨਾਂ ਨੇ ਕੁਰਬਾਨੀਆਂ ਬੜੀਆਂ ਕੀਤੀਆਂ ਨੇ ਇਸ ਸੰਸਥਾ ਨੂੰ ਬਣਾਉਣ ਵਾਸਤੇ। ਲੋਕਾਂ ਦਾ ਵਿਸ਼ਵਾਸ ਉੱਥੇ ਟਿਕ ਜਾਂਦਾ ਹੈ। ਪਰ ਇੱਕ ਗੱਲ ਤਾਂ ਹੈ ਕਿ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਬਹਿ ਗਈ ਹੈ ਕਿ ਜਿਹੜੀ ਇਸ ਵੇਲੇ ਲੀਡਰਸ਼ਿਪ ਹੈ, ਉਹਨਾਂ ਦੀਆਂ ਕਮੀਆਂ ਨੂੰ ਵੇਖ ਕੇ ਜਾਂ ਉਹਨਾਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਟੁੱਟ ਗਿਆ ਜਾਂ ਵਿਸ਼ਵਾਸ ਖੋ ਬੈਠੇ ਹੈ, ਤਾਂ ਉਹਦੇ ਕਰਕੇ ਲੋਕਾਂ ਦਾ ਉੱਥੋਂ ਦੂਰੀ ਬਣਾ ਲਈ। ਬੀਬੀ ਜੀ, ਮੇਰਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਇਹ ਸੰਸਥਾ ਹੈ, ਪਾਰਟੀ ਹੈ, ਜਥੇਬੰਦੀ ਹੈ, ਕੀ ਹੈ? ਤੁਸੀਂ ਇਹਦੇ ਪ੍ਰਧਾਨ ਹੋ, ਸਰਪ੍ਰਸਤ ਹੋ, ਕੀ ਹੋ? ਇਹ ਥੋੜ੍ਹਾ ਸਮਝਾਇਓ। ਮੈਂ ਇਸ ਲਈ ਦੱਸਣ ਲੱਗੀ ਸੀ ਵੀ ਇਹ ਹੁਣ ਸ਼੍ਰੋਮਣੀ ਅਕਾਲੀ ਪੰਥ ਅਸੀਂ ਧਾਰਮਿਕ ਜਥੇਬੰਦੀ ਬਣਾਈ ਹੈ, ਜਿਹਦੇ ਤਹਿਤ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲੜ ਕੇ ਕੌਮ ਨੂੰ ਇੱਕ ਪਲੇਟਫਾਰਮ 'ਤੇ ਇਕੱਠਾ ਕਰਨਾ, ਤਾਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜਾ ਵਿਸ਼ਵਾਸ ਲੋਕਾਂ ਦਾ ਗੁਆਚਦਾ ਜਾਂਦਾ ਹੈ, ਉਹਦੀ ਐਡਮਿਨਿਸਟ੍ਰੇਸ਼ਨ ਵਿੱਚ, ਉਹਦੀ ਵਰਕਿੰਗ ਵਿੱਚ, ਉਹਦੀ ਫੰਕਸ਼ਨਿੰਗ ਵਿੱਚ, ਉਹਦੇ ਧਰਮ ਪ੍ਰਚਾਰ ਦੇ ਖੇਤਰ ਵਿੱਚ ਆਈਆਂ ਕਮੀਆਂ ਕਰਕੇ ਉਹ ਵਿਸ਼ਵਾਸ ਅਸੀਂ ਕਿੱਦਾਂ ਜਿੱਤੀਏ। ਕਿਉਂਕਿ ਜੇ ਅਸੀਂ ਇਸ ਵੇਲੇ ਸਾਡੇ ਕੋਲ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਬਣ ਗਈਆਂ, ਮਾਨ ਸਾਹਿਬ ਨੇ ਇੱਕ ਬਣਾਈ ਹੋਈ ਹੈ, ਢੀਂਡਸਾ ਸਾਹਿਬ ਨੇ ਇੱਕ ਬਣਾਈ ਹੋਈ ਹੈ, ਬਾਦਲ ਸਾਹਿਬ ਦੀ ਚੱਲਦੀ ਹੈ, ਅਕਾਲੀ ਦਲ ਦੀ, ਜਿੱਦਾਂ ਉਹ ਸਾਰੀਆਂ ਸਿਆਸੀ ਪਾਰਟੀਆਂ ਦਾ ਲੋਕ ਇਹ ਸੋਚਦੇ ਹੈ ਕਿ ਸਿਆਸੀ ਦਬਾਅ ਜਿਹੜਾ ਹੈ ਇੱਥੋਂ ਘਟਾਇਆ ਜਾਵੇ, ਇਹ ਸਾਂਝੇ ਤੌਰ ਦੇ ਉੱਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਸਭ ਦੀ ਸਿਰਮੌਰ ਸੰਸਥਾ ਬਣੇ, ਇੱਥੇ ਬਰਾਬਰ ਦਾ ਸਤਿਕਾਰ ਹੋਵੇ, ਬਰਾਬਰ ਦਾ ਸੁਝਾਅ ਦਿੱਤਾ ਜਾ ਸਕੇ, ਕਿਸੇ ਨੂੰ ਅਸੀਂ ਕੋਈ ਆਈਏ ਤਾਂ ਸਾਨੂੰ ਬਰਾਬਰ ਰਿਸਪੈਕਟ ਸਾਰੇ ਸਿੱਖਾਂ ਨੂੰ ਮਿਲੇ, ਇਕੱਲੇ ਸਿੱਖਾਂ ਨੂੰ ਨਹੀਂ ਬਾਕੀ ਸਾਰੀ ਮਨੁੱਖਤਾ ਨੂੰ ਦਿੱਤੇ, ਕਿਉਂਕਿ ਚੌਂ ਵਰਨਾਂ ਕੋਈ ਸਾਂਝਾ ਉਪਦੇਸ਼ ਹੈ। ਸੋ ਜਿੰਨੀਆਂ ਇਹ ਸਿਆਸੀ ਪਾਰਟੀਆਂ ਨੇ ਇਹ ਸਮਝ ਲਓ ਵੀ ਇਹ ਵੀ ਇੱਕ ਵਰਨ ਹੀ ਸਮਝ ਲਓ ਕਿ ਇਹ ਵੀ ਇੱਕ ਵਰਨਾਂ 'ਚ ਹੀ ਆ ਜਾਂਦੇ ਆ ਕਿ ਇਹਦੇ ਵਿੱਚ ਸਾਰੇ ਤਰ੍ਹਾਂ ਦੇ ਲੋਕ ਨੇ, ਕੋਈ ਇਕੱਲੇ ਸਿੱਖ ਤਾਂ ਹੈ ਨਹੀਂ ਕਿਸੇ ਪਾਰਟੀ ਵਿੱਚ, ਹੁਣ ਸਾਰੇ ਤਰ੍ਹਾਂ ਦੇ ਲੋਕ ਨੇ। ਸੋ ਉਪਦੇਸ਼ ਚੌਂ ਵਰਨਾਂ ਕੋਲ ਸਾਂਝਾ ਦਿੱਤਾ, ਜਿਸ ਤਰ੍ਹਾਂ ਇਹਨਾਂ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੱਤਾ ਜਾਂਦਾ ਹੈ ਕਿ ਤੁਸੀਂ ਜਿਹੜੇ ਗੁਰਸਿੱਖ ਹੈ ਜਾਂ ਦੂਜੇ ਧਰਮਾਂ ਦੇ ਲੋਕ ਹੈ ਉਹ ਆਪਣੇ ਧਰਮ 'ਚ ਪਰਪੱਕ ਰਹਿਣ, ਲੇਕਿਨ ਜਿਹੜੇ ਗੁਰਸਿੱਖ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਟਰੋਂਗ ਕਰਨ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿਣ, ਸਿਧਾਂਤਕ ਪਹਿਰੇਦਾਰੀ ਕਰਨ। ਸੋ ਇਸ ਕਰਕੇ ਅਸੀਂ ਕਾਫੀ ਸਲਾਹ ਕੀਤੀ, ਕਈ ਵਿਦਵਾਨਾਂ ਨਾਲ ਕੀਤੀ, ਕਈ ਅੱਛੇ ਲੋਕਾਂ ਨਾਲ ਕੀਤੀ, ਕਈ ਧਾਰਮਿਕ ਵਿਅਕਤੀਆਂ ਨਾਲ ਕੀਤੀ। ਉਹਨਾਂ ਨੇ ਇੱਕੋ ਗੱਲ ਕਹੀ ਹੈ ਕਿ ਆਪਾਂ ਇੱਕ ਪਲੈਟਫਾਰਮ ਤਿਆਰ ਕਰ ਦਈਏ ਜਿਹਦੇ ਨੂੰ ਅਸੀਂ ਲੋਕਾਂ ਨੂੰ ਆਲਟਰਨੇਟਿਵ ਮਿਲ ਜਾਵੇ ਇਕੱਠੇ ਹੋ ਕੇ ਲੜਨ ਦਾ। ਇਹ ਨਾ ਵੀ ਸਾਰੇ ਇਕੱਲੇ ਇਕੱਲੇ ਲੜਦੇ ਹੈ, ਉਹ ਫਿਰ ਗੱਲ ਨਹੀਂ ਬਣਦੀ। ਤੁਸੀਂ ਹੁਣ ਇਹਦੇ ਵਿੱਚ ਕੀ ਚਾਹੁੰਦੇ ਹੋ ਕਿ SGPC ਚੋਣਾਂ ਦੇ ਵਿੱਚ ਸਿਰਫ ਸ਼੍ਰੋਮਣੀ ਅਕਾਲੀ ਦਲ ਨੂੰ ਬਾਹਰ ਦਾ ਰਸਤਾ ਦਿਖਾਉਣਾ ਹੈਗਾ? ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਇਤਿਹਾਸਕ ਬਹੁਤ ਇਹਦੀ ਲੜਾਈਆਂ ਨੇ, ਤਾਂ ਕੀ ਉਸੇ ਇਤਿਹਾਸਕ ਪਾਰਟੀ ਨੂੰ, ਉਸੇ ਜਥੇਬੰਦੀ ਨੂੰ ਤੁਸੀਂ ਹਰਾਉਣਾ ਹੁਣ ਮੁੱਖ ਮਕਸਦ ਮੰਨਿਆ? ਨਹੀਂ, ਹਰਾਉਣਾ ਨਹੀਂ ਮੇਰਾ ਮਕਸਦ। ਮੈਂ ਇਹ ਕਹਿੰਦੀ ਹਾਂ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਸੰਬੰਧਿਤ ਹੋਣ ਜਾਂ ਸਿੱਖ ਕਿਤੇ ਵੀ ਬੈਠਾ ਹੋਵੇ ਸਮਾਜ ਵਿੱਚ, ਉਹ ਆਪਣੀ ਚੋਣ ਲੜਨਾ ਚਾਹੁੰਦਾ ਅਤੇ ਉਹ ਇਸ ਪਲੇਟਫਾਰਮ 'ਤੇ ਆ ਕੇ ਲੜੇ। ਸ਼੍ਰੋਮਣੀ ਅਕਾਲੀ ਦਲ ਨੂੰ ਇੱਥੋਂ ਬਾਹਰ ਦਾ ਰਸਤਾ ਨਹੀਂ, ਸਿਰਫ ਇਹ ਹੈ ਕਿ ਜਿਹੜਾ ਲੋਕਾਂ 'ਚ ਇੱਕ ਬਣ ਗਈ ਹੈ ਪਰਸੈਪਸ਼ਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਲੀਡਰ ਜਿਹੜੇ ਹੈ ਉਹ ਉਹਦੇ ਉੱਤੇ ਆ ਕੇ ਬਹੁਤ ਹੀ ਦਖਲਅੰਦਾਜ਼ੀ ਕਰਦੇ ਹੈ, ਜਿਹਦੇ ਨਾਲ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਹੋ ਰਿਹਾ। ਸੋ ਸਿਆਸੀ ਦਬਾਅ ਘਟਾਉਣ ਦੀ ਖਾਤਰ ਅਸੀਂ ਇਹ ਸਾਰਾ ਕੁਝ ਕਰ ਰਹੇ ਹਾਂ। ਸ਼੍ਰੋਮਣੀ ਅਕਾਲੀ ਦਲ ਨੂੰ ਨਹੀਂ ਮੈਂ ਕਹਿੰਦੀ ਕਿ ਬਾਹਰ ਉੱਥੋਂ ਕੱਢਣਾ। ਸ਼੍ਰੋਮਣੀ ਅਕਾਲੀ ਦਲ 'ਤੇ ਜਦੋਂ ਜਿਹੜੇ ਮੈਂਬਰ ਜਿੱਤ ਕੇ ਆਉਣਗੇ ਉਹ ਮੈਂਬਰ ਹੁੰਦੇ ਆ, ਉਹ ਫਿਰ ਕਿਸੇ ਪਾਰਟੀ ਦੇ ਨਹੀਂ ਰਹਿ ਜਾਂਦੇ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬਣ ਜਾਂਦੇ। ਉਹ ਫਿਰ ਉਹਨਾਂ ਦੀ ਜਿਹੜੀ ਉਹ ਸਿਰਮੌਰ ਸੰਸਥਾ ਨਾ ਉਹਦੇ ਪ੍ਰਤੀ ਡਿਊਟੀ ਹੁੰਦੀ। ਸੋ ਇਸ ਕਰਕੇ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਕਹਾਂ ਕਿ ਮੈਂ ਉੱਥੋਂ ਬਾਹਰ ਕੱਢਣ ਵਾਸਤੇ ਆਈ ਹਾਂ, ਨਹੀਂ। ਮੈਂ ਕਹਿੰਦੀ ਹਾਂ ਕਿ ਅੱਛੇ ਵਿਅਕਤੀ ਕਿਸੇ ਵੀ ਥਾਂ 'ਤੇ ਬੈਠੇ ਹੋਣ, ਉਹ ਆਪਣੀ ਚੋਣ ਲੜਨ, ਉੱਥੇ ਜਾ ਕੇ ਉਹ ਆਪਣੀ ਜ਼ਿੰਮੇਵਾਰੀ ਨਿਭਾਉਣ, ਨਾ ਕਿ ਅਸੀਂ ਸਿਆਸੀ ਤੌਰ 'ਤੇ ਦਬਾਅ ਕਰਕੇ ਉਹਨੂੰ ਅਸੀਂ ਕਮਜ਼ੋਰ ਕਰ ਸਕੀਏ। ਬੀਬੀ ਜੀ, ਇਤਿਹਾਸ 'ਚ ਦੇਖੀਏ ਤਾਂ ਸ਼੍ਰੋਮਣੀ ਅਕਾਲੀ ਦਲ ਬਹੁਤ ਬਣੇ ਨੇ, ਪਰ ਪ੍ਰਵਾਨ ਨਹੀਂ ਕੋਈ ਚੜ੍ਹਿਆ। ਤੁਹਾਨੂੰ ਕੀ ਲੱਗਦਾ ਸ਼੍ਰੋਮਣੀ ਅਕਾਲੀ ਦਲ ਪੰਥ ਪ੍ਰਵਾਨ ਚੜ੍ਹ ਜੂਗਾ? ਨਹੀਂ, ਸ਼੍ਰੋਮਣੀ ਅਕਾਲੀ ਪੰਥ ਹੈ, ਇਹ ਸ਼੍ਰੋਮਣੀ ਅਕਾਲੀ ਦਲ ਨਹੀਂ ਹੈ। ਇਹ ਸ਼੍ਰੋਮਣੀ ਅਕਾਲੀ ਪੰਥ ਬਣਾਇਆ ਇੱਕ ਦੀ ਪਾਰਟੀ ਸੰਸਥਾ ਜਿਹੜੀ ਕਿ ਧਾਰਮਿਕ ਕੰਮਾਂ ਵਿੱਚ ਕਰੇਗੀ, ਠੀਕ ਹੈ ਜੀ। ਪ੍ਰਵਾਨ ਤੇ ਜੀ ਦੇਖੋ ਇਹ ਸੰਗਤ ਨੇ ਵੇਖਣਾ ਵੀ ਅਸੀਂ ਕੀ ਚਾਹੁੰਦੇ ਹਾਂ ਕਿ ਸਿਆਸੀ ਦਬਾਅ ਥੱਲੇ ਉਹ ਸੰਸਥਾ ਚੱਲੇ, ਕਿ ਅਸੀਂ ਚਾਹੁੰਦੇ ਹਾਂ ਕਿ ਕੋਈ ਸੰਸਥਾ ਜਿਹਨੂੰ ਕੇਵਲ ਅਤੇ ਕੇਵਲ ਕਿਸੇ ਸਿਆਸੀ ਨਾਲ ਜੁੜਿਆ ਹੋਵੇ ਮੰਤਵ ਹੋਵੇ ਉਹ ਉੱਥੇ ਕੰਮ ਕਰੇ। ਸਿਆਸਤ ਨੇ ਸਾਨੂੰ ਤਕੜਾ ਕਰਨਾ ਸ਼੍ਰੋਮਣੀ ਕਮੇਟੀ ਨੂੰ, ਨਾ ਕਿ ਕਮਜ਼ੋਰ ਕਰਨਾ। ਉਹਨੂੰ ਵਿਅੰਗ ਨਾ ਸਮਝਣ, ਸ਼੍ਰੋਮਣੀ ਅਕਾਲੀ ਦਲ ਉਹਨੂੰ ਵਿਅੰਗ ਨਾ ਸਮਝੇ, ਸ਼੍ਰੋਮਣੀ ਅਕਾਲੀ ਦਲ ਉਹਨੂੰ ਵੱਡੀ ਸੰਸਥਾ ਸਮਝੇ ਔਰ ਸਿਰਮੌਰ ਸੰਸਥਾ ਸਮਝੇ। ਪਰ ਬੀਬੀ ਜੀ ਉਹਦੇ ਅੰਡਰ ਰਹਿਣ, ਧਰਮ ਦੇ ਅੰਡਰ ਰਹਿਣ, ਰਾਜਨੀਤੀ ਭਾਰੂ ਨਾ ਕਰਨ।
ਪਰ ਬੀਬੀ ਜੀ ਜੇ ਬਾਕੀ ਪੋਲੀਟੀਕਲ ਪਾਰਟੀਆਂ ਜਿੱਦਾਂ ਤੁਸੀਂ ਸੱਦਾ ਦੇ ਰਹੇ ਹੋ, ਮੰਨ ਲਓ ਕਾਂਗਰਸ ਪਾਰਟੀ 'ਚੋਂ, ਆਮ ਆਦਮੀ ਪਾਰਟੀ ਤੋਂ, ਭਾਰਤੀ ਜਨਤਾ ਪਾਰਟੀ 'ਚੋਂ, ਈਵਨ ਕਿ ਸ਼੍ਰੋਮਣੀ ਅਕਾਲੀ ਦਲ, ਬਾਦਲ ਜਿਹੜੇ ਇਸ ਵੇਲੇ ਪ੍ਰਧਾਨ ਨੇ, ਜੇ ਉਹਨਾਂ 'ਚੋਂ ਵੀ ਕੋਈ ਆਉਂਦੇ ਨੇ ਤੁਹਾਡੇ ਹੱਕ ਦੇ ਵਿੱਚ, ਤਾਂ ਕੱਲ੍ਹ ਨੂੰ ਪੋਲੀਟੀਕਲੀ ਤਾਂ ਫਿਰ ਉਹ ਵੀ ਐਕਟਿਵ ਹੋਣਗੇ ਨਾ, ਪੋਲੀਟੀਕਲੀ ਉਹਨਾਂ ਦਾ ਵੀ ਅਸਰ ਅੰਦਾਜ਼ ਦੇਖਣ ਨੂੰ ਮਿਲੇਗਾ। ਇਹ ਥੋੜ੍ਹਾ ਕਿਹਾ ਕਿ ਕਾਂਗਰਸ ਪਾਰਟੀ ਸਾਡੇ ਨਾਲ ਆ ਕੇ ਚੋਣ ਲੜੇ, ਇਹ ਲੀਡਰ ਤਾਂ ਆਪਣੀ ਪਾਰਟੀ ਦੀ ਗੱਲ ਕਰਨਗੇ ਨਾ ਜੀ ਬੀਬੀ। ਅਸੀਂ ਉੱਥੇ ਕਾਂਗਰਸ ਦੀ ਤੇ ਅਕਾਲੀਆਂ ਦੀ ਗੱਲ ਹੀ ਨਹੀਂ ਕਰਨੀ, ਉੱਥੇ ਅਸੀਂ ਪੰਥ ਦੀ ਗੱਲ ਕਰਨੀ। ਜੇ ਅਕਾਲੀ ਦਲ ਨੇ ਕੁਰਬਾਨੀਆਂ ਕੀਤੀਆਂ ਤੇ ਅਸੀਂ ਸਟੇਜ 'ਤੇ ਕਹਾਂਗੇ ਕਿ ਅਕਾਲੀ ਦਲ ਨੇ ਕੁਰਬਾਨੀਆਂ ਕੀਤੀਆਂ। ਜੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਕਾਂਗਰਸ ਨੇ, ਅਸੀਂ ਕਹਾਂਗੇ ਅਕਾਲ ਤਖਤ ਤੇ ਢਹਿ ਢੇਰੀ ਕੀਤਾ ਕਾਂਗਰਸ ਨੇ। ਉਹ ਮੈਂਬਰ ਜਿਹੜੇ ਹੁੰਦੇ ਨਾ ਜੀ, ਉਹ ਇਹ ਨਹੀਂ ਹੁੰਦਾ ਕਿ ਉਹ ਤਾਂ ਲੋਕ ਸਿੱਖਾਂ 'ਚ ਹੁੰਦੇ ਆ, ਉਹ ਗੁਰਸਿੱਖ ਹੋਣੇ ਆ, ਉਹਨਾਂ ਨੂੰ ਵੀ ਦਰਦ ਹੈ ਅਕਾਲ ਤਖਤ ਦਾ। ਕਿਹੜਾ ਗੁਰਸਿੱਖ ਹੈ ਜਿਹਨੂੰ ਦਰਦ ਨਹੀਂ? ਕਿਹੜਾ ਗੁਰਸਿੱਖ ਹੈ ਜਿਹਨੂੰ ਦਰਬਾਰ ਸਾਹਿਬ 'ਚ ਹਮਲਾ ਹੋਇਆ ਤੇ ਦੁੱਖ ਨਹੀਂ? ਕਿਹੜਾ ਗੁਰਸਿੱਖ ਹੈ ਜਿਹੜਾ ਕਹੇਗਾ ਕਿ ਮੇਰੀ ਗੁਰੂ ਗ੍ਰੰਥ ਸਾਹਿਬ ਦੀ ਇੱਕ 'ਚ ਗੋਲੀਆਂ ਵੱਜਣ? ਕਿਹੜਾ ਗੁਰਸਿੱਖ ਹੈ ਜਿਹੜਾ ਕਹਿੰਦਾ ਕਿ 84 ਦਾ ਕਤਲੇਆਮ ਹੋਇਆ ਜਾਂ ਉੱਥੇ ਨਸਲ ਖੁਸ਼ੀ ਹੋਈ ਹੈ ਤੇ ਉਹ ਚੰਗਾ ਸੀ? ਕੋਈ ਗੁਰਸਿੱਖ ਨਹੀਂ ਕਹੇਗਾ। ਪਰ ਬੀਬੀ ਜੀ ਜਿਸ ਤਰ੍ਹਾਂ ਅਕਾਲੀ ਦਲ ਪਿਛਲੇ ਸਮੇਂ 'ਚ ਦੇਖਿਆ ਕਿ ਅਕਾਲੀ ਦਲ ਇਸ ਚੋਣਾਂ ਦੇ ਵਿੱਚ ਪ੍ਰਭਾਵ ਰੱਖਦਾ ਤੇ ਬਾਅਦ ਦੇ ਵਿੱਚ ਦਖਲ ਅੰਦਾਜ਼ੀ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਹੁੰਦੀ ਆਈ ਹੈ। ਮੰਨ ਲਓ ਕੱਲ੍ਹ ਨੂੰ ਦੂਜੀ ਪਾਰਟੀਆਂ ਦੇ ਲੀਡਰ ਬਹੁਤਾਤ ਇੱਥੇ ਜਿੱਤ ਜਾਂਦੇ ਨੇ ਤਾਂ ਸੱਤਾ ਤਾਂ ਉਹਨਾਂ ਦੀ ਚੱਲੂਗਾ ਨਾ, ਪਿੱਛੋਂ ਇਸ਼ਾਰੇ ਤਾਂ ਉਹ ਕਰਨਗੇ ਨਾ ਵੀ ਇੱਦਾਂ ਨਹੀਂ ਜੀ ਇੱਦਾਂ ਹੋਊਗਾ, ਇੱਦਾਂ ਨਹੀਂ ਜੀ ਇੱਦਾਂ ਹੋਊਗਾ। ਹਰ ਕੋਈ ਇਸ ਸੰਸਥਾ ਨੂੰ ਅਮੋਲਡ ਆਪਣੇ ਤਰੀਕੇ ਨਾਲ ਤਾਂ ਕਰੂਗਾ ਨਾ। ਜਿੱਤ ਹੀ ਨਹੀਂ ਸਕਦੇ ਜੀ। ਕਾਂਗਰਸ ਲੈਵਲ 'ਤੇ ਚੋਣ ਹੀ ਨਹੀਂ ਹੋਣੀ, ਨਾ ਬੀਜੇਪੀ ਲੈਵਲ 'ਤੇ ਹੋਣੀ, ਨਾ ਇੱਥੇ ਕਿਸੇ ਧਰਮ 'ਤੇ ਹੋਣੀ। ਇਹ ਤਾਂ ਹੋਣੀ ਹੈ ਆਜ਼ਾਦ ਐਜ ਏ ਸਿੱਖ ਚੋਣ ਲੜਨੀ ਉਹਨੇ। ਤੁਹਾਨੂੰ ਲੱਗਦਾ ਕਿ ਲੀਡਰ ਆਪਣੀ ਪਾਰਟੀ ਛੱਡ ਕੇ, ਵਿਚਾਰਧਾਰਾ ਛੱਡ ਕੇ ਆ ਜਾਣਗੇ ਸਾਰੇ? ਵਿਚਾਰਧਾਰਾ ਦੇ ਉੱਥੇ ਗੁਰੂ ਦੀ ਵਿਚਾਰ ਚੱਲਣੀ ਹੈ, ਉੱਥੇ ਪਾਰਟੀ ਦੀ ਵਿਚਾਰ ਨਹੀਂ ਚੱਲਣੀ। ਜੇ ਕਿਸੇ ਨੇ ਚੋਣ ਲੜਨੀ MLA ਦੀ, ਮੰਨ ਲਓ ਕਾਂਗਰਸ 'ਚ ਲੜਨੀ, ਤਾਂ ਉੱਥੋਂ ਦੇ ਦੇਵੇ ਅਸਤੀਫਾ ਦੇ ਕੇ ਆਵੇ ਤੁਹਾਡੇ ਕੋਲ। ਮੇਰਾ ਕਹਿਣ ਤੋਂ ਭਾਵ ਕਿ ਜਿਹਨੇ ਚੋਣ ਲੜਨੀ ਹੋਊਗੀ ਕਿਸੇ ਪਾਰਟੀ ਦੀ, ਤੇ ਉਹ ਜੇ ਮੰਨ ਲਓ ਕਿ ਉੱਥੇ ਪ੍ਰਧਾਨ ਹੈ, ਉਹ ਕਹਿੰਦਾ ਮੈਂ ਕਿਸੇ ਅਕਾਲੀ ਦਲ ਦਾ ਪ੍ਰਧਾਨ ਬਣਨਾ ਹੈ, ਮੈਂ ਕਿਸੇ ਹੋਰ ਪਾਰਟੀ ਦਾ ਪ੍ਰਧਾਨ ਬਣਨਾ, ਉੱਥੋਂ ਅਸਤੀਫਾ ਦੇ ਦੇਵੇ ਨਾ ਰਹੇ ਉੱਥੇ। ਉਹ ਆਪਣੀ ਆਈਡੀਓਲੋਜੀ ਲੈ ਕੇ ਤੁਰ ਪਏ। ਪਰ ਉੱਥੇ ਜਿਹੜਾ ਉੱਥੇ ਦੇ ਸਿਧਾਂਤ ਬਣੇ ਹੋਏ ਨਾ, ਸੰਵਿਧਾਨ ਬਣਿਆ ਹੋਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਵਿਧਾਨ ਅਨੁਸਾਰ ਹੀ ਰਹਿਣਾ ਪਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਈਲਾਜ਼ ਬਣੇ ਹੋਏ ਨੇ, ਉੱਥੇ ਐਕਟ ਬਣਿਆ ਹੋਇਆ, ਉੱਥੇ ਗੁਰਮਤਿ ਦੀ ਰਹਿਤ ਮਰਿਆਦਾ ਬਣੀ ਹੋਈ ਹੈ। ਉੱਥੇ ਸਾਡੀ ਜੋ ਸ਼੍ਰੀ ਅਕਾਲ ਤਖਤ ਦੀ ਮਰਿਆਦਾ, ਉਹਦੇ ਅਨੁਸਾਰ ਹੀ ਰਹਿਣਾ ਪੈਣਾ। ਉੱਥੇ ਕੋਈ ਅੱਗੇ ਵੀ ਚੋਣਾਂ ਲੜ ਕੇ ਜਾਂਦੇ ਆ ਜੀ, ਅੱਗੇ ਕਿਹੜੇ ਨਹੀਂ ਲੜਦੇ। ਕਦੀ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਸ਼ਾਇਦ ਤੱਕੜੀ ਤੇ ਥੋੜ੍ਹੀ ਚੋਣ ਲੜੀ ਹੈ। ਬਿਲਕੁਲ ਠੀਕ, ਨਹੀਂ ਲੜੀ। ਉਹ ਵੀ ਆਜ਼ਾਦ ਹੀ ਹੁੰਦਾ ਨਾ, ਟਰੈਕਟਰ ਤੇ। ਜਿਹੜੇ ਦੂਜੇ ਲੜਦੇ ਆ ਮੇਰੇ ਮੁਕਾਬਲੇ ਤੇ ਖੜਾ ਹੁੰਦਾ ਹੈ, ਮੰਨ ਲਓ ਉਹ ਕਾਂਗਰਸ ਵਾਲੇ ਸਾਰੇ ਉਹਨੂੰ ਖੜਾ ਕਰਦੇ ਆ, ਸਪੋਰਟ ਕਰਦੇ। ਜਿਤਨਾ ਹਾਰਨਾ ਕਹਿੰਦੇ ਆ ਉਹ ਗੱਲ ਵੱਖਰੀ ਹੈ। ਹੁਣ ਇੱਥੇ ਆਜ਼ਾਦ ਖੜਾ ਸੀਗਾ, ਮੰਨ ਲਓ ਸ੍ਰੀ ਹਰਗੋਬਿੰਦਪੁਰ, ਉਹਨੂੰ ਇੱਕ ਸਾਡਾ ਖੜਾ ਸੀਗਾ, ਦੂਜੇ ਪਾਸੇ ਕਾਂਗਰਸ ਵਾਲੇ ਸਾਰਿਆਂ ਨੂੰ ਸਪੋਰਟ ਕਰਤੀ, ਪਰ ਹੈ ਤਾਂ ਉਹ ਪੰਥ ਦਾ ਹੀ ਹੈ ਨਾ, ਉਹ ਕਾਂਗਰਸ ਦੇ ਆਖੇ ਥੋੜ੍ਹਾ ਲੱਗਦਾ। ਪਰ ਬੀਬੀ ਜੀ ਇੱਕ ਗੱਲ ਮੈਨੂੰ ਕਲੀਅਰ ਕਰ ਦਿਓ ਇੱਥੇ, ਜੋ ਤੁਸੀਂ ਕਰ ਸਕਦੇ ਹੋ। ਮੰਨ ਲਓ ਕੋਈ ਮੈਂਬਰ ਹੈਗਾ, ਅਤੇ ਇਹ ਵੀ ਦੇਖਿਆ ਸੀ ਇਤਿਹਾਸ ਦੇ ਵਿੱਚ, ਈਵਨ ਕਿ ਕਈ ਪ੍ਰਧਾਨ ਵੀ ਰਹੇ ਪਹਿਲਾਂ, ਉਹ MLA ਵੀ ਬਣਦੇ ਰਹੇ, ਮੰਤਰੀ ਵੀ ਬਣਦੇ ਰਹੇ, ਤਾਂ ਕੀ ਉਹ ਕੱਲ੍ਹ ਨੂੰ ਪ੍ਰਵਾਨਿਤ ਹੋਏਗਾ? ਮੰਨ ਲਓ ਕੋਈ ਮੈਂਬਰ ਬਣ ਜਾਏ, ਉਹ ਪਿੱਛੋਂ ਬੈਕ ਉਹਦੀ ਕਾਂਗਰਸ ਤੋਂ ਹੋਵੇ, ਆਮ ਆਦਮੀ ਪਾਰਟੀ ਤੋਂ ਹੋਵੇ, BJP ਤੋਂ ਹੋਵੇ, ਉਹ ਕੱਲ੍ਹ ਨੂੰ ਜਾ ਕੇ ਜੇ MLA ਟਿਕਟ 'ਤੇ ਲੜਦਾ ਤਾਂ ਫਿਰ ਇਹ ਕਿਤੇ ਦੁਚਿੱਤੀ ਤਾਂ ਨਹੀਂ ਖੜੀ ਹੋ ਜੂ? ਲੋਹਗੜ੍ਹ ਸਾਡਾ ਜੀ ਮੈਂਬਰ ਹੈ, ਲੋਹਗੜ੍ਹ ਸਾਹਿਬ ਇੱਥੋਂ ਧਰਮਕੋਟ ਤੋਂ, ਉਹ ਮੈਂਬਰ SGPC ਹੈ, MLA ਬਣਿਆ ਕਾਂਗਰਸ ਵਿੱਚ, ਠੀਕ ਹੈ, ਕਦੀ ਕੋਈ ਫਰਕ ਨਹੀਂ ਪਿਆ। ਉੱਥੇ ਧਰਮ ਦੀ ਗੱਲ ਹੀ ਕਰਨੀ ਉਹਨਾਂ ਨੇ, ਉੱਥੇ ਜਾ ਕੇ ਕੋਈ ਕਾਂਗਰਸ ਦੀ ਗੱਲ ਨਹੀਂ ਕਰਦਾ, ਕੋਈ ਕਾਸੇ ਦੀ ਗੱਲ ਨਹੀਂ ਕਰਦਾ। ਉੱਥੇ ਗੁਰਦੁਆਰੇ ਦੇ ਅੰਦਰ ਜਾਂ ਗੁਰਧਾਮਾਂ ਦੇ ਅੰਦਰ ਜਾਂ ਉੱਥੇ ਦੀ ਵਿਚਾਰਧਾਰਾ ਸਿਧਾਂਤ ਨਾਲ ਜੁੜੀ ਹੋਈ ਹੈ। ਉੱਥੇ ਥੋੜ੍ਹਾ ਨਾ ਪ੍ਰਚਾਰ ਕਰਨਾ ਵੀ ਕਾਂਗਰਸ ਨੇ ਆ ਕੀਤਾ, ਕਾਂਗਰਸ ਨੇ ਨੋ, ਕੋਈ ਨਹੀਂ ਕਰਦਾ ਉੱਥੇ। ਜਿੰਨੇ ਸਾਡੇ ਮੈਂਬਰ ਹੈ, ਭਾਵੇਂ ਕਿਸੇ, ਹੁਣ ਕਈ ਮੈਂਬਰ ਆਮ ਆਦਮੀ ਪਾਰਟੀ ਚਲੇ ਗਏ, ਕਈ BJP ਚਲੇ ਗਏ, ਪਰ ਅਕਾਲੀ ਦਲ ਦਾ ਪ੍ਰਚਾਰ ਤਾਂ ਹੁੰਦਾ ਉੱਥੇ SGPC 'ਚ, ਉਹ ਡਟ ਕੇ ਹੁੰਦਾ ਵੀ ਅਕਾਲੀ ਦਲ ਤਕੜਾ ਹੋਵੇ, ਅਕਾਲੀ ਦਲ ਨੂੰ ਮਜ਼ਬੂਤ ਕਰੋ। ਕਰਨਾ ਹੀ ਕਰਨਾ, ਉੱਥੇ ਅਸੀਂ ਕਰਦੇ ਹੀ ਨਹੀਂ। ਅਕਾਲੀ ਦਲ ਤਕੜਾ ਹੋਵੇ ਨਹੀਂ, ਉੱਥੇ ਅਕਾਲੀ ਦਲ ਦੀਆਂ ਕੁਰਬਾਨੀਆਂ ਜਿਹੜੀਆਂ ਕੀਤੀਆਂ ਹੋਈਆਂ ਉਹਦੇ ਵਾਸਤੇ, SGPC ਵਾਸਤੇ ਉਹਦਾ ਪ੍ਰਚਾਰ ਹੁੰਦਾ ਹੈ। ਬੀਬੀ ਜੀ ਸ਼੍ਰੋਮਣੀ ਅਕਾਲੀ ਪੰਥ, ਇਹ ਇੱਕ ਪਾਸੇ ਇਹਨੂੰ ਦੇਖੀਏ ਤੇ ਦੂਸਰੇ ਪਾਸੇ ਇੱਕ ਇਤਿਹਾਸ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਇਹ ਅਕਾਲੀ ਹੈ, ਤੇ ਦੋਵਾਂ ਨੂੰ ਫਿਰ ਤੁਸੀਂ ਕੰਪੀਟ ਕਿੱਦਾਂ ਕਰੋਗੇ? ਇਕੱਠੇ ਹੋ ਕੇ ਕਿਵੇਂ ਉਹਨਾਂ ਨੂੰ ਇੱਕ ਦੇ ਬਰਾਬਰ ਦੂਜੇ ਦੇ ਕਿੱਦਾਂ ਖੜਾ ਕਰੋਗੇ? ਸਾਨੂੰ ਅਕਾਲੀ ਦਲ ਤੋਂ ਬਾਹਰ ਨਾ ਕੱਢੋ। ਸਿਆਸੀ ਪਾਰਟੀ ਸਾਰਿਆਂ ਦੀ ਅਕਾਲੀ ਦਲ ਹੀ ਹੈ, ਸ਼੍ਰੋਮਣੀ ਅਕਾਲੀ ਦਲ ਹੈ। ਮੈਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਦੀ ਹਾਂ, ਠੀਕ ਹੈ। ਬਾਦਲ ਮੇਰਾ ਪ੍ਰਧਾਨ ਨਹੀਂ, ਉਹਨੇ ਮੈਨੂੰ ਕੱਢਤਾ ਬਾਹਰ, ਪਰ ਸ਼੍ਰੋਮਣੀ ਅਕਾਲੀ ਦਲ ਜਿਹੜੀ ਹੈ ਮੇਰੀ ਰਗਾਂ 'ਚੋਂ ਕਿੱਥੋਂ ਕੱਢ ਦੂ?
ਉਹ ਤਾਂ ਨਾ ਕੱਢੂਗਾ। ਮੈਂ ਕਦੀ ਸ਼੍ਰੋਮਣੀ ਅਕਾਲੀ ਦਲ ਨੂੰ ਗਾਲਾਂ ਨਹੀਂ ਕੱਢ ਸਕਦੀ। ਕਿਸੇ ਵਿਅਕਤੀ ਦੀ ਕਮਜ਼ੋਰੀ ਹੋ ਸਕਦੀ ਹੈ। ਮੇਰੀ ਉਹ ਜਿਹੜੀ ਸਾਡੀ ਕੁਰਬਾਨੀਆਂ ਭਰੀ ਪਾਰਟੀ ਹੈ ਉਹਦਾ ਇਤਿਹਾਸ ਨਹੀਂ ਕੋਈ ਗਲਤ ਨਾ ਕਰ ਸਕਦਾ। ਬੰਦਾ ਗਲਤ ਹੋ ਸਕਦਾ, ਬੰਦੇ ਦੀ ਕਮਜ਼ੋਰੀ ਹੋ ਸਕਦੀ ਹੈ। ਮਤਲਬ ਕਹਿਣ ਤੋਂ ਭਾਵ ਕਿ ਮਨੁੱਖ ਕਮਜ਼ੋਰ ਹੋ ਸਕਦਾ, ਲੀਡਰ ਕਮਜ਼ੋਰ ਹੋ ਸਕਦਾ, ਲੀਡਰ ਦੀ ਗਲਤੀ ਹੋ ਸਕਦੀ ਹੈ, ਮੇਰੀ ਗਲਤੀ ਹੋ ਸਕਦੀ ਹੈ। ਜੇ ਹੁਣ ਭਲਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਾਡਾ ਮੈਂਬਰ ਕੋਈ ਗਲਤੀ ਕਰਦਾ, ਮੈਂ ਗਲਤੀ ਕਰਦੀ ਹਾਂ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਸੀਂ ਕਿੱਦਾਂ ਮਾੜੀ ਕਹਿ ਦਾਂਗੇ? ਉਹਨੂੰ ਨਹੀਂ ਸੀ ਮਾੜੀ ਕਹਿਣਾ। ਤੁਹਾਡੀ ਕੋਈ ਸ਼ਹੀਦਾਂ ਦੀ ਜਥੇਬੰਦੀ ਹੈ। ਤੁਹਾਡੀ ਬੈਕ 'ਤੇ ਕੌਣ ਹੈ, ਕੌਣ ਸਪੋਰਟ ਕਰ ਰਿਹਾ ਤੁਹਾਨੂੰ? ਤੁਸੀਂ ਸਾਰੇ ਸਿੱਖ ਹੀ ਹੋ। ਸਿੱਖਾਂ ਦੀ ਸ਼ਕਤੀ ਮੇਰੇ ਪਿੱਛੇ ਹੈ। ਇੱਕ ਵੀ ਜ਼ਿੰਦਗੀ ਵਿੱਚ ਜੀ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਲਿਆਂਦਾ, ਮੇਰੀ ਕਿਸਮਤ ਨਾਲ ਲਿਆਂਦਾ, ਜਿਨ੍ਹਾਂ ਨੇ ਮੈਨੂੰ ਮੌਕੇ ਦਿੱਤੇ ਆ, ਜੇ ਉਹਨਾਂ ਦੇ ਅੱਗੇ ਮੈਂ ਨਹੀਂ ਲਿਖਦੀ ਤਾਂ ਕਿਸੇ ਦੁਨੀਆ ਦੀ ਤਾਕਤ ਹੈਗੀ ਕਿ ਮੈਨੂੰ ਲਿਖਾ ਦੇਗਾ। ਮੈਂ ਸੱਚਾਈ ਕਹਿੰਦੀ ਹੈ। ਇਹ ਸਿਰਫ ਗੱਲਾਂ ਕਹਿਣ ਵਾਲੀਆਂ ਹੁੰਦੀਆਂ। ਕਹਿੰਦੇ ਬੀਜੇਪੀ ਤੁਹਾਨੂੰ ਪਿੱਛੋਂ ਬੈਕ ਕਰ ਰਹੀ ਹੈ। ਬੀਜੇਪੀ ਚਾਹੁੰਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਾਰੇ ਅਤੇ ਇੱਥੇ ਬੀਬੀ ਜੀ ਆਉਣ ਅਤੇ ਉਹਨਾਂ ਦੇ ਧੜੇ ਦੇ ਇੱਥੇ ਸਾਰੇ ਬੰਦੇ ਹੋਣ। ਪਹਿਲਾਂ ਉਹਨਾਂ ਨੇ ਦਿੱਲੀ ਦੇ ਵਿੱਚ ਵੀ ਕਰ ਦਿਖਾਇਆ ਅਤੇ ਹੁਣ ਇੱਥੇ ਕਰਨਗੇ। ਸਿਰਫ ਡਾਕਟਰ ਦਲਜੀਤ ਸਿੰਘ ਚੀਮਾ ਕਹਿੰਦਾ। ਉਹਦਾ ਕਾਰਨ ਕੀ ਹੈ? ਜਿਸ ਬੰਦੇ ਦਾ ਨਾਂ ਲੈਂਦਾ ਲਾਲਪੁਰਾ, ਇਕਬਾਲ ਸਿੰਘ ਲਾਲਪੁਰਾ, ਉਹ ਸਾਡੇ ਅੱਜ ਤੋਂ 20-22 ਸਾਲ ਪਹਿਲਾਂ ਉੱਥੇ SSP ਰਹੇ ਹੈ। ਸਿਰਫ ਮੈਨੂੰ ਦੱਸ ਬੈਠੀ ਕਿ ਜਦੋਂ ਚੇਅਰਮੈਨ ਬਣੇ ਤਾਂ ਮੈਂ ਉਹਨੂੰ ਕਿਹਾ ਕਿ ਇਹ ਲਾਲਪੁਰਾ ਸਾਹਿਬ ਸਾਡੇ ਚੇਅਰਮੈਨ ਉੱਥੇ ਰਹੇ SSP, ਉਹ ਇੱਥੇ ਰੋਪੜ ਤੋਂ ਚੋਣ ਲੜਦੇ ਆ। ਇਹਨੇ ਉਹ ਗੱਲ ਪੱਲੇ ਬੰਨੀ ਹੈ ਵੀ ਬੀਬੀ ਨੂੰ ਇਹ ਜਾਣਦੇ ਆ। ਲਓ ਬਸ ਇੰਨੀ ਗੱਲ ਹੈ ਜੀ। ਉਹ ਤੋਂ ਕਹੀ ਜਾਂਦੇ ਵੀ ਹੁਣ ਲਾਲਪੁਰਾ ਕੀ ਹੈ ਉੱਥੇ ਜਿਹੜਾ ਕਿ ਮੈਨੂੰ ਉੱਥੇ ਚੱਕ ਕੇ ਲੈ ਜੂ? ਉਹਦੀ ਕੀ ਹਿੰਮਤ ਹੈ ਮੈਨੂੰ ਲੈ ਜੇ? ਉਹ ਕੌਣ ਹੈ? ਉਹ ਮੈਨੂੰ ਕਿੱਦਾਂ ਕਰ ਸਕਦਾ ਉਹਦੇ ਪਾਸੇ ਲੈ ਕੇ ਨਾ ਜਾਵੇ? ਪਰ ਸਪੋਰਟ ਤਾਂ ਬੀਬੀ ਜੀ ਹੁੰਦੀ ਹੈ ਨਾ। ਉਹਨਾਂ ਨੂੰ ਹੁੰਦਾ ਹੈਗਾ ਵੀ ਸ਼੍ਰੋਮਣੀ ਅਕਾਲੀ ਦਲ ਇੱਕ ਤਰ੍ਹਾਂ ਕਮਜ਼ੋਰ ਹੋਵੇ ਤਾਂ ਉਹ ਸਟਰੋਂਗ ਹੋਣਗੇ। ਉਹਨਾਂ ਕੋਲੋਂ ਮੈਂ ਕੀ ਲਿਆ ਇਹੀ ਦੱਸ ਦੇਣ। ਉਹਨਾਂ ਕੋਲ ਕਿਹੜੀ ਸ਼ਕਤੀ ਲੈ ਲਈ ਮੈਂ? ਉਹਨਾਂ ਨੂੰ ਕੀ ਮੈਨੂੰ ਦੇ ਦਿੱਤਾ ਕਿ ਜਿਹੜੇ ਮੈਨੂੰ ਸਟਰੋਂਗ ਕਰਨਗੇ? ਅੱਛਾ ਬੀਬੀ ਜੀ, ਕਿ ਚਰਚਾ ਚੱਲਦੀ ਹੈ ਵੋਟ ਤੇ ਪਾਉਣੀ ਹੈ ਸਿੱਖਾਂ ਨੇ, ਮੈਨੂੰ ਥੋੜ੍ਹਾ ਪੈਣੀ ਹੈ। ਬੀਬੀ ਜੀ ਕਿ ਚਰਚਾ ਹੈ ਇੱਕ, ਇਹ ਆਮ ਪੱਤਰਕਾਰਾਂ ਦੇ ਵਿੱਚ ਵੀ ਚਰਚਾ, ਵੈਸੇ ਵੀ ਚਰਚਾ, ਉਹ ਕਹਿੰਦੇ ਕਿ ਇੱਕ ਪਾਵਰ ਸੈਂਟਰਿਕ ਬੰਦਾ ਖੜਾ ਕਰੋ ਜਿਸ ਦੇ ਆਲੇ ਦੁਆਲੇ ਸਾਰੀਆਂ ਪੋਲੀਟੀਕਲ ਪਾਰਟੀਆਂ ਇਕੱਠੀਆਂ ਹੋ ਜਾਣ, ਜਿਹਨੂੰ ਲੱਗਦਾ ਹੋਵੇ ਵੀ ਚਲੋ ਅਸੀਂ ਅਕਾਲੀ ਦਲ ਨੂੰ ਹਰਾਉਣਾ, ਅਸੀਂ ਬਾਦਲਾਂ ਨੂੰ ਹਰਾਉਣਾ, ਅਤੇ ਬੀਬੀ ਜੀ ਦੀ ਸਪੋਰਟ ਕਰ ਦਿਓ। ਇਹ ਉਹ ਖਾਣੀ ਕਿੱਥੇ ਤੱਕ ਤੁਹਾਨੂੰ ਜਾਇਜ਼ ਲੱਗਦੀ ਹੈ, ਵਾਜਿਬ? ਇਹ ਤਾਂ ਤੁਸੀਂ ਜਰਨਲਿਸਟ ਹੀ ਕਰਦੇ ਹੋ ਨਾ। ਉਹ ਮੈਨੂੰ ਕਿਉਂ ਖੜੀ ਕਰਨਗੇ ਪਹਿਲਾਂ ਦੱਸੋ ਮੈਨੂੰ। ਉਹ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਵੀਕ ਹੋਵੇ। ਮੈਂ ਕਿਹਾ ਇਹ ਤੁਸੀਂ ਚਿੰਤਾ ਹੀ ਛੱਡ ਦਿਓ। ਮੈਂ ਸਿਰਫ ਇਸ ਕਰਕੇ ਕਿ ਮੇਰੇ ਮਨ 'ਚ ਬੜੇ ਚਿਰਾਂ ਦਾ ਦਰਦ ਜਿਹਾ ਹੀ ਆਈ ਜਾਂਦਾ ਸੀ ਵੀ ਜਦੋਂ ਅਸੀਂ ਗਾਲਾਂ ਖਾਧੀਆਂ, ਬਹੁਤ ਗਾਲਾਂ ਖਾਧੀਆਂ। ਕਦੀ ਅਸੀਂ ਰਾਮ ਰਹੀਮ ਕਰਕੇ ਖਾਧੀਆਂ, ਕਦੇ ਅਸੀਂ ਬੇਅਦਬੀ ਕਰਕੇ ਖਾਧੀਆਂ, ਔਰ ਕਈ ਦੁੱਖ ਦੀ ਗੱਲ ਹੈ ਕਿ ਜਿਨ੍ਹਾਂ ਨੇ ਰਾਮ ਰਹੀਮ ਨੂੰ ਮਾफ़ ਕੀਤਾ ਉਹਨਾਂ ਨੂੰ ਉੱਥੇ ਬਿਠਾਉਣ ਵਾਸਤੇ ਸਾਨੂੰ ਮਜਬੂਰ ਕਿਉਂ ਕੀਤਾ ਗਿਆ? ਅੱਜ ਤੱਕ ਦੁੱਖ ਸਾਨੂੰ ਆਉਂਦਾ ਉੱਥੇ। ਇਹਦਾ ਮਤਲਬ ਅਸੀਂ ਉੱਥੇ ਗੁਲਾਮ ਹੀ ਹਾਂ ਨਾ। ਫਿਰ ਜੋ ਇਹ ਸਾਨੂੰ ਕਹਿਣਗੇ ਅਸੀਂ ਉਹ ਕਰਦੇ। ਮੈਂ ਤਾਂ ਅੱਜ ਵੀ ਬੇਨਤੀ ਕਰਦੀ ਹਾਂ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਜੇ ਚੰਗਾ ਕਰਨ ਤਾਂ ਉੱਥੇ ਅਜੇ ਵੀ ਸਿੰਘ ਸਾਹਿਬ ਬੈਠੇ ਹੈ ਸੱਜੇ ਖੱਬੇ, ਜਿਨ੍ਹਾਂ ਨੇ ਇਹ ਉਸ ਵੇਲੇ ਰਾਮ ਰਹੀਮ ਨੂੰ ਮਾफ़ ਕੀਤਾ ਸੀ। ਸਾਰੀ ਪੰਥ ਇਸ ਵੇਲੇ ਖੇਰੂ ਖੇਰੂ ਹੋਇਆ ਪਿਆ, ਸਾਰਾ ਪੰਥ, ਸਾਰੀ ਕੌਮ ਅੱਜ ਦੁਬਿਧਾ 'ਚ ਪਈ ਹੋਈ ਹੈ। ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇੱਕ ਵਾਰੀ ਉਹਨਾਂ ਨੂੰ ਬੁਲਾ ਕੇ ਅਤੇ ਉਹਨਾਂ ਕੋਲੋਂ ਪੁੱਛ ਸਪਸ਼ਟੀਕਰਨ ਲੈ ਲੈਣ ਵੀ ਕਿਹਨੇ ਤੁਹਾਡੇ ਕੋਲ ਇਹ ਕੰਮ ਕਰਾਏ ਸੀ, ਕਿਹਨੇ ਹੁਕਮਨਾਮਾ ਦਵਾਇਆ ਸੀ, ਕਿਹਨੇ ਮਾफ़ ਕਰਾਇਆ ਸੀ, ਅਤੇ ਕਿੱਦਾਂ ਮਾफ़ ਕੀਤਾ ਸੀ ਤੁਸੀਂ? ਕੀ ਮਜਬੂਰੀ ਸੀ ਤੁਹਾਡੀ? ਨੰਬਰ 1 ਦੇਖੋ, ਗੱਲ ਸੁਣੋ, ਅਤੇ ਦੁਬਿਧਾ 'ਚੋਂ ਕਰ ਦੇਣ। ਕਿਉਂ ਪੁਆੜੇ ਪਏ ਕੌਮ ਦੇ ਵਿੱਚ? ਮੇਰਾ ਸਿਰਫ ਕਹਿਣ ਤੋਂ ਭਾਵ ਇਹ ਹੈ ਕਿ ਅੰਦਰ ਦੁੱਖ ਇਹ ਆਉਂਦਾ ਕਿ ਅਸੀਂ ਕੋਈ ਵੀ ਲਾਇਲ ਨਹੀਂ ਹੈ ਗੁਰੂ ਪ੍ਰਤੀ। ਅਸੀਂ ਕੋਈ ਸਿੰਸੀਅਰਲੀ ਕੰਮ ਕਰਨ ਨੂੰ ਤਿਆਰ ਹੀ ਨਹੀਂ ਹੈ। ਅਸੀਂ ਸੱਚ ਦੱਸਣ ਨੂੰ ਤਿਆਰ ਨਹੀਂ ਹੈ। ਤੁਸੀਂ ਜੋ ਮਰਜ਼ੀ ਕੋਈ ਤਾਣਾ ਬਾਣਾ ਕਰੀ ਜਾਵੇ, ਜ਼ਿੰਦਗੀ 'ਚ ਇੱਕੋ ਕੰਮ ਹੈ, ਨਾ ਪੰਥ ਨੂੰ ਕਦੀ ਆਉਣ ਜਾਣ ਦਿਆਂਗੇ, ਨਾ ਗੁਰੂ ਨੂੰ ਆਉਣ ਦਿਆਂਗੇ, ਨਾ ਮੈਂ ਕੌਮ ਪ੍ਰਤੀ ਕਦੀ ਐਸਾ ਕੰਮ ਕਰੂੰਗੀ ਜਿਹੜਾ ਕੋਈ ਮੈਨੂੰ ਕਹਿ ਸਕੇ। ਕਿਉਂਕਿ ਮੈਂ ਵਿਕਾਊ ਮਾਲਾਂ 'ਚ ਨਹੀਂ ਹੈ। ਜਿੱਦਾਂ ਲੋਕ ਵਿਕਾਊ ਮਾਲ ਬਣਦੇ ਨਾ, ਜਿਹੜੇ ਬਿਜ਼ਨਸਮੈਨ ਹੁੰਦੇ, ਜਿਹੜੇ ਸਿਆਸੀ ਲੋਕ, ਇਹ ਜ਼ਿੰਦਗੀ ਵਿੱਚ ਕੋਈ ਕਲੰਕ ਨਹੀਂ ਮੇਰੇ 'ਤੇ ਲਾ ਸਕਦਾ, ਨਾ ਮੈਂ ਕਦੀ ਕਰਾਂਗੀ। ਪਾਰਟੀਆਂ ਕੀ ਸੋਚਦੀਆਂ ਮੈਨੂੰ ਨਹੀਂ ਪਤਾ, ਜਰਨਲਿਸਟ ਕੀ ਸੋਚਦੇ ਮੈਨੂੰ ਨਹੀਂ ਪਤਾ, ਸਿਆਸੀ ਕੀ ਸੋਚਦੇ ਮੈਨੂੰ ਨਹੀਂ ਪਤਾ। ਮੈਂ ਬਿਲਕੁਲ ਦਿਮਾਗੀ ਤੌਰ 'ਤੇ ਇੰਡੀਪੈਂਡੈਂਟ ਕੰਮ ਕਰਦੀ। ਬੀਬੀ ਜੀ ਇਕੱਲਿਆਂ ਤੁਸੀਂ ਕੀ ਕਰ ਲਓਗੇ? ਕਿਉਂਕਿ ਇਹ ਜ਼ਰੂਰੀ ਹੁੰਦਾ ਨਾ ਕਿ ਤੁਹਾਡੇ ਨਾਲ ਇੱਕ ਟੀਮ ਹੋਵੇ। ਤੁਹਾਡੀ ਟੀਮ ਕੌਣ ਹੈ, ਕੌਣ ਉਸ ਤੋਂ ਬਾਅਦ ਕੌਣ ਹੈਗਾ ਤੁਹਾਡੇ ਨਾਲ? ਬੀਬੀ ਜੀ ਤੋਂ ਬਾਅਦ ਕੌਣ ਹੈਗਾ? ਟੀਮ ਦੂਜੇ ਨੰਬਰ ਦੀ ਲੀਡਰ ਕੌਣ? ਟੀਮ ਸਿੱਖਾ ਲੀਡਰ ਤਾਂ ਅਸੀਂ ਆਈ ਨਹੀਂ, ਮੈਂ ਵੀ ਲੀਡਰ, ਮੈਂ ਵੀ ਮੁੱਖ ਸੇਵਾਦਾਰੀ ਹਾਂ। ਅਸੀਂ ਟੀਮ ਬਣਾ ਰਹੇ ਹਾਂ। ਮੇਰੇ ਕੋਲ ਹੁਣ ਜੇ ਮੈਂਬਰ ਹੋ ਕੇ ਗਏ
ਸੀਨੀਅਰ ਮੈਂਬਰਸ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰਸ ਨੇ, ਜਥੇਦਾਰ ਨੇ, ਅਕਾਲੀ ਦਲ ਦੇ ਵਰਕਰ ਹੈ, ਸਾਰੇ ਗੁਰਸਿੱਖ ਨੇ ਮੇਰੇ ਨਾਲ। ਅਕਾਲੀ ਦਲ ਦੇ ਵਰਕਰ ਤੁਹਾਡੇ ਨਾਲ ਕਿਉਂ ਆਉਣਗੇ? ਅਕਾਲੀ ਦਲ ਦੇ ਵਰਕਰ ਤਾਂ ਆਪਣੀ ਪਾਰਟੀ ਨੂੰ ਸਪੋਰਟ ਕਰਨਗੇ, ਤੁਹਾਡੇ ਨਾਲ ਕਿਉਂ ਆਉਣਗੇ? ਉਹਨਾਂ ਨੇ ਤੁਹਾਨੂੰ ਬਾਹਰ ਦਾ ਕਰਦਾ ਰਸਤਾ ਦਿਖਾਤਾ। ਮੈਂ ਵੀ ਅਕਾਲੀ ਦਲ ਨੇ, ਉਹ ਮੇਰੇ ਨਾਲ ਨੇ। ਉਹਨਾਂ ਨੇ ਤਾਂ ਕਹਿਤਾ ਬੀਬੀ ਜੀ ਦਾ ਕੋਈ ਵਾਸਤਾ ਨਹੀਂ ਹੈਗਾ ਅਕਾਲੀ ਦਲ ਦੇ ਨਾਲ। ਉਹ ਕਹਿਣ, ਮੈਂ ਮੰਨਦੀ ਇਹਨੂੰ। ਤੁਸੀਂ ਨਹੀਂ ਮੰਨਦੇ, ਪਰ ਵਰਕਰ ਤਾਂ ਮੰਨਣਗੇ ਨਾ। ਵਰਕਰ ਤਾਂ ਮੰਨਣਗੇ। ਕਦੀ ਹੋ ਨਹੀਂ ਸਕਦਾ। ਵਰਕਰ ਮੈਨੂੰ ਅਕਾਲੀ ਮੰਨਦੇ। ਉਹਨੂੰ ਉਹ ਕਹਿੰਦੇ ਜੀ ਅਸਲੀ ਇਹ ਅਕਾਲੀ ਹੈ, ਜਿਹਦੇ ਅੰਦਰ ਅਕਾਲੀ ਦਲ ਦਾ ਦਰਦ ਹੈ, ਜਿਹਦੇ ਅੰਦਰ ਪੰਥ ਦਾ ਦਰਦ ਹੈ, ਜਿਹਦੇ ਅੰਦਰ ਗੁਰੂ ਦੇ ਸਿਧਾਂਤ ਦੀ ਗੱਲ ਹੈ, ਜਿਹੜੀ ਸੋਚ ਸਿੱਖੀ ਦੀ ਲੈ ਕੇ ਤੁਰੀ ਹੈ। ਅਸਲੀ ਅਕਾਲੀ ਇਹ ਹੈ। ਲੋਕੀ ਕੁਰਸੀਆਂ ਨੂੰ ਨਹੀਂ ਅਕਾਲੀ ਸਮਝਦੇ, ਲੋਕੀ ਅਮੀਰੀਆਂ ਨੂੰ ਨਹੀਂ ਅਕਾਲੀ ਸਮਝਦੇ, ਲੋਕੀ ਬਹੁਤ ਵੱਡੇ ਲੈਂਡ ਲੋਡ ਨੂੰ ਨਹੀਂ ਅਕਾਲੀ ਸਮਝਦੇ। ਉਹ ਸਮਝਦੇ ਨਹੀਂ ਕਿ ਸਰਮਾਏਦਾਰ ਜਿਹੜੇ ਅਕਾਲੀ ਹੋ ਸਕਦੇ ਹੈ। ਉਹ ਕਹਿੰਦੇ ਅਕਾਲੀ ਤੇ ਝੁੱਗੀਆਂ 'ਚ ਬੈਠਾ ਵੀ ਹੋ ਸਕਦਾ। ਇਹ ਭੁਲੇਖਾ ਸਮਝ ਦੋ, ਗੱਲ ਕੱਢ ਦਿਓ ਮਨ 'ਚੋਂ। ਬੰਦਾ ਇਕੱਲਾ ਤੁਰਦਾ ਪਰ ਕਾਫਲੇ ਹੌਲੀ ਹੌਲੀ ਬਣ ਜਾਂਦੇ। ਬਾਬਾ ਬੰਦਾ ਸਿੰਘ ਬਹਾਦਰ ਚੱਲਿਆ ਸੀ ਨਾ, ਉੱਥੋਂ 5 ਸਿੰਘ ਤੋਰਤੇ ਸੀ ਗੁਰੂ ਸਾਹਿਬ ਨੇ, ਅਤੇ ਅੱਗੋਂ ਕਿੰਨੀਆਂ ਫੌਜਾਂ ਤਿਆਰ ਹੋ ਗਈਆਂ ਸੀ। ਉੱਥੋਂ ਤਾਂ ਇਕੱਲਾ ਹੀ ਆਇਆ 5 ਸਿੰਘਾਂ ਨੂੰ ਨਾਲ ਲੈ ਕੇ। ਜਦੋਂ ਤੁਰਦੇ ਆ ਨਾ, ਫਿਰ ਵਹੀਰਾਂ ਬਾਅਦ 'ਚ ਹੀ ਬਣਦੀਆਂ। ਅਤੇ ਬਾਬੇ ਨਾਨਕ ਨੇ ਤਾਂ ਸਾਰੀ ਉਮਰ ਹੀ ਸਾਨੂੰ ਰਸਤਾ ਹੀ ਇਹ ਦਿਖਾਇਆ ਵੀ ਇਕੱਲੇ ਜਾ ਕੇ ਜਿੱਥੇ ਕੋਈ ਤੁਹਾਨੂੰ ਲੱਗਦੀ ਕਮੀ ਤਾਂ ਉੱਥੇ ਜਾ ਕੇ ਤੇ ਕਰੋ, ਆਪਣਾ ਸੰਵਾਦ ਕਰੋ, ਵਿਚਾਰ ਕਰੋ। ਬਾਬਾ ਨਾਨਕ ਤੇ ਪੀੜਾ ਲੈ ਕੇ ਤੁਰਿਆ ਹੀ ਨਹੀਂ। ਬਾਬੇ ਨਾਨਕ ਦੇ ਤਾਂ ਕੋਈ ਰੈਲੀ ਨਹੀਂ ਕੀਤੀ। ਰਾਜਨੀਤਿਕ ਪਿੜ ਦੇ ਵਿੱਚ ਵੀ ਆਉਂਗੇ। ਬਾਬੇ ਨਾਨਕ ਦੇ ਕੋਈ ਜਲਸਾ ਨਹੀਂ ਕੀਤਾ। ਉਹਨੇ ਤਾਂ ਕੋਈ ਵੱਡੇ ਵੱਡੇ ਤੰਬੂ ਨਹੀਂ ਲਾਏ, ਇਕੱਲੇ ਹੀ ਗਏ ਨਾ। ਇਕੱਲਾ ਨਾਲ ਇੱਕ ਸਾਥੀ ਲੈ ਕੇ ਤੁਰ ਗਏ, ਅਤੇ ਜਿੱਥੇ ਦੇਖਿਆ, ਜਿੱਥੇ ਲੋੜ ਪਈ ਉੱਥੇ ਬਹਿ ਗੱਲ ਕਰ ਲਈ। ਅਤੇ ਅਸੀਂ ਉਹਦੇ ਫਲਸਫੇ 'ਤੇ ਤੁਰ ਪਾਂਗੇ ਕਿ ਬਾਬੇ ਨਾਨਕ ਦੀ ਸਿੱਖਿਆ ਲੈ ਲਈਏ ਵੀ ਇਕੱਲੇ ਤੁਰੋ, ਕਾਫਲਾ ਬਣ ਹੀ ਜਾਏਗਾ। ਰਾਜਨੀਤਿਕ ਪਿੜ 'ਚ ਵੀ ਕੁੱਦੋਂਗੇ? ਕਿਉਂਕਿ ਉਸ ਦਿਨ ਤੁਸੀਂ ਇਸ਼ਾਰਾ ਕੀਤਾ ਸੀ ਕਿ ਵੋਟਾਂ ਲੜਨੀਆਂ ਹੋਈਆਂ 24 ਤੋਂ ਬਾਅਦ 'ਚ ਦੇਖਾਂਗੇ, ਪਹਿਲਾਂ ਇੱਧਰ ਤਕੜਾ ਕਰੋ। ਉਹ 27 'ਚ ਦੇਖਾਂਗੇ ਜੀ, 24 'ਚ ਨਹੀਂ ਦੇਖੋਗੇ? ਚਲੋ ਜੋ ਉਹ ਆਏਗਾ ਸਮਾਂ, ਮੈਂ ਕੁਛ ਨਹੀਂ ਕਹਿ ਸਕਦੀ, ਕਿਉਂਕਿ ਮੈਂ ਇਹ ਗੱਲ ਕਹਿੰਦੀ ਨਹੀਂ। ਜਿੱਥੇ ਮੇਰਾ ਧਰਮ ਦੀ ਗੱਲ ਹੈ ਉੱਥੇ ਧਰਮ ਦੀ ਹੈ। ਧਰਮ ਦੇ ਸਿਧਾਂਤ, ਗੁਰੂ ਦਾ ਫਲਸਫਾ, ਸਿੱਖ ਰਹਿਤ ਮਰਿਆਦਾ, ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਰਿਆਦਾ, ਇਹਦੇ ਵਿੱਚ ਮੇਰਾ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂ, ਕੋਈ ਪਾਰਟੀ ਹੋਵੇ। ਬੀਬੀ ਜੀ, ਤੁਹਾਡੇ ਕੋਲ ਦੱਸਣ ਵਾਸਤੇ ਕੋਈ ਪ੍ਰਾਪਤੀਆਂ ਹੈ ਨੇ? ਕਿਉਂਕਿ ਜਦੋਂ ਤੁਸੀਂ ਪ੍ਰਧਾਨ ਰਹੇ ਬਹੁਤ ਵਾਰ, ਕੋਈ ਇਹੋ ਜਿਹੇ 2 ਜਾਂ 3 ਕੰਮ ਜਿਹੜੇ ਤੁਸੀਂ ਕਹੋਗੇ ਕਿ ਤੁਸੀਂ ਹੀ ਕਰ ਸਕੇ, ਹੋਰ ਕਿਸੇ ਪ੍ਰਧਾਨ ਦੇ ਕੋਲ ਨਹੀਂ ਹੋਏ ਉਹ ਕੰਮ? ਦੇਖੋ, ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਅਤੇ ਸਿਧਾਂਤਾਂ 'ਤੇ ਮੈਂ ਕਹਿ ਸਕਦੀ ਹਾਂ, ਮੈਂ ਪੂਰਨ ਤੌਰ 'ਤੇ ਪਹਿਰੇਦਾਰੀ ਕੀਤੀ। ਜਿੰਨੀਆਂ ਸ਼ਤਾਬਦੀਆਂ ਮਨਾਈਆਂ, ਸਭ ਤੋਂ ਅੱਗੇ ਹੋ ਕੇ ਜਗੀਰ ਕੌਰ ਨੇ ਕੰਮ ਕੀਤਾ। ਹਰ ਸ਼ਤਾਬਦੀ ਦੀ ਇੰਚਾਰਜ ਮੈਨੂੰ ਬਣਾਇਆ ਗਿਆ। ਇਹ ਵੀ ਬੜੇ ਵੱਡੇ ਕੰਮ ਸੀਗੇ। ਤੀਜੀ ਗੱਲ ਹੈ ਕਿ ਸਰਾਵਾਂ ਜਿੰਨੀਆਂ ਵੀ ਨਵੀਆਂ ਬੜੀਆਂ, ਭਾਵੇਂ ਬਾਬੇ ਬਕਾਲੇ ਦੀ ਸਰਾਂ ਸੀ, ਭਾਵੇਂ ਉਹ ਸ਼੍ਰੀ ਮਾਤਾ ਗੰਗਾ ਨਿਵਾਸ ਸੀ, ਬਾਬਾ ਦੀਪ ਸਿੰਘ ਸ਼ਹੀਦ ਦੀ ਸਰਾਂ ਸੀ, ਭਾਵੇਂ ਕੋਈ ਹੋਰ ਸਰਾਵਾਂ ਸੀ, ਰਿਹਾਇਸ਼ਗਾਹਾਂ ਸੀ, ਜਾਂ ਸੁਲਤਾਨਪੁਰ ਲੋਧੀ ਲਾ ਲਓ, ਸਾਰੀਆਂ ਸਰਾਵਾਂ ਤਕਰੀਬਨ ਮੇਰੇ ਸਮੇਂ 'ਚ ਬਣੀਆਂ। ਕਾਲਜਾਂ ਅਤੇ ਸਕੂਲਾਂ ਦੇ ਵਿੱਚ ਸਾਰੇ ਜਿਹੜੇ ਮੁਲਾਜ਼ਮ ਸੀ ਉਹਨਾਂ ਨੂੰ ਪੇ ਕਮਿਸ਼ਨ ਲਾਗੂ ਕਰਕੇ ਦੇਣਾ। ਮੈਡੀਕਲ ਕਾਲਜ ਨੂੰ ਯੂਨੀਵਰਸਿਟੀ ਤੱਕ ਉਸ ਵੇਲੇ ਲੈ ਕੇ ਜਾਣਾ। ਫਿਰ ਵਰਲਡ ਸਿੱਖ ਯੂਨੀਵਰਸਿਟੀ ਜੋ 300 ਸਾਲਾ ਮਨਾਇਆ ਸੀ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦਾ, ਉਸ ਵੇਲੇ ਫਤਿਹਗੜ੍ਹ ਸਾਹਿਬ ਜਦੋਂ ਸ਼ਹੀਦਾਂ ਦੀ ਧਰਤੀ ਦੇ ਉੱਤੇ ਅਸੀਂ ਮਨਾਇਆ ਸ਼ਹੀਦਾਂ ਦੀ 300 ਸਾਲਾ, ਉਸ ਵੇਲੇ 80 ਏਕੜ ਜ਼ਮੀਨ ਗੁਰਦੁਆਰੇ 'ਚੋਂ ਵੱਖਰੀ ਕਰਕੇ ਡਾਇਰੈਕਟੋਰੇਟ ਬਣਾ ਕੇ ਉਹਦੀ ਯੂਨੀਵਰਸਿਟੀ ਸ਼ੁਰੂ ਕੀਤੀ, ਵਰਲਡ ਸਿੱਖ ਯੂਨੀਵਰਸਿਟੀ। ਗੁਰਮਤ ਟ੍ਰੇਨਿੰਗ ਕੈਂਪ ਜੇ ਸਭ ਤੋਂ ਪਹਿਲਾਂ ਗ੍ਰੰਥੀਆਂ ਦੇ ਸ਼ੁਰੂ ਕੀਤੇ ਸੀ ਅਤੇ ਕੀਤੇ ਗਏ। ਤੀਜੀ ਜਿਹੜੀ ਆਮ ਮੁਲਾਜ਼ਮਾਂ ਦੇ ਵਿੱਚ, ਹਰ ਮੁਲਾਜ਼ਮ, ਕੋਈ ਇੱਥੇ ਜੰਗਲ ਦਾ ਰਾਜ ਸੀ, ਕੋਈ ਇੱਥੇ ਰੂਲਸ ਨਹੀਂ ਸੀ, ਕੋਈ ਨਿਯਮ ਨਹੀਂ ਸੀ ਕਿਸੇ ਕਿਸਮ ਦੇ। ਉਹਨਾਂ ਦੇ ਰੂਲਸ ਬਣਾਏ, ਬਾਈ ਲਾਜ਼ ਬਣਾਏ, ਔਰ ਤਨਖਾਹਾਂ ਦੇ ਗ੍ਰੇਡ ਜਿਹੜੇ ਸੀ ਉਹ ਉਸ ਵੇਲੇ ਮੈਂ ਹੀ ਆ ਕੇ ਬਣਾਏ। ਪੇ ਫਿਕਸੇਸ਼ਨ ਜਿਹੜੀਆਂ ਕੀਤੀਆਂ, ਨਹੀਂ ਤਾਂ 20 ਰੁਪਏ ਦਿਹਾੜੀ, 30 ਰੁਪਏ ਦਿਹਾੜੀ, ਕਈ 20-20 ਸਾਲ ਦੇ ਉੱਥੇ ਪੱਕੇ ਨਹੀਂ ਸੀ ਹੁੰਦੇ। ਇਹ ਮੈਂ ਹੀ ਆ ਕੇ ਕੀਤਾ ਸੀਗਾ ਕਿ ਜਿਹੜੇ ਬੱਚੇ ਨੇ ਉਹ ਕਿੰਨੇ ਸਾਲ ਬਾਅਦ, 3 ਸਾਲ ਬਾਅਦ, 5 ਸਾਲ ਬਾਅਦ ਉਹਦੀ ਪ੍ਰਮੋਸ਼ਨ ਜਿਹੜੀ ਹੋਏਗੀ, ਉਹ ਬਾਈ ਰੂਲ ਜਿਹੜੇ ਬਾਈ ਲਾਅ ਸੀਗੇ ਉਹ ਸਾਰੇ ਅਸੀਂ ਰੂਲਸ ਬਣਾਏ, ਜਿਹੜੇ ਸਰਵਿਸਿਜ਼ ਦੇ ਸਰਵਿਸ ਰੂਲਸ ਬਣਾਏ। ਸਾਰੇ ਗੁਰਦੁਆਰਿਆਂ ਦੇ ਸੋਲਰ ਸਿਸਟਮ ਆਉਂਦਾ। ਇਹ ਪਿਛਲੀ ਵਾਰੀ ਜੇ ਮੈਂ 4 ਵਾਰੀ ਪ੍ਰਧਾਨ ਬਣੀ ਨਾ, ਜੇ ਚਾਰੇ 'ਚ ਰਿਮਾਰਕੇਬਲ ਕੰਮ ਹੋਏ ਸਾਰੇ ਪਾਸੇ, ਔਰ ਕਈ ਤਾਂ ਗਿਣੇ ਨਹੀਂ ਜਾ ਸਕਦੇ, ਅਣਗਿਣਤ ਹੀ ਹੋਣਗੇ। ਜੇ 6 ਜੂਨ ਵਾਲਾ ਸੀਗਾ, ਪਿਛਲਾ ਖਜ਼ਾਨਾ ਕੱਢ ਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੱਜ ਵੀ ਕੱਲ੍ਹ ਦਿਖਾਇਆ, ਪ੍ਰਕਾਸ਼ ਕਰਕੇ ਦਿਖਾਇਆ। ਇਹ ਵੀ ਸਭ ਤੋਂ ਪਹਿਲਾਂ 84 ਤੋਂ ਲੈ ਕੇ ਪਹਿਲੀ ਵਾਰੀ ਪਿਛਲੇ ਸਾਲ ਉਦੋਂ
ਜਦੋਂ ਮੈਂ ਸੀ ਉਸ ਵੇਲੇ ਮੈਂ ਉਹ ਬੀੜ ਸਾਹਿਬ ਬਾਹਰ ਕੱਢ ਕੇ ਤੇ ਦਿਖਾਈ ਸੀ ਸੰਗਤਾਂ ਨੂੰ ਵੀ ਲੋਕੀ ਰੋ ਰੋ ਕੇ ਨਿਕਲੇ ਸੀਗੇ ਵੀ ਹੈ ਐਡੇ ਵੱਡੇ ਦਰਦ ਭਰੀਆਂ ਕਹਾਣੀਆਂ ਜਿਹੜੀਆਂ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਬੀੜ ਪਈ ਸੀ ਉਹਦੇ ਹਿੱਕ 'ਚ ਗੋਲੀਆਂ ਲੱਗੀਆਂ ਸੀਗੀਆਂ। ਸੋ ਬਹੁਤ ਸਾਰੇ ਐਸੇ ਕੰਮ ਕੀਤੇ ਹੈ ਜਿਹੜਾ ਕਿ ਮੈਂ ਹੁਣ ਕਿਹੜੇ ਗਿਣਾਵਾਂ। ਐਜੂਕੇਸ਼ਨ 'ਚ ਵੀ, ਧਰਮ ਪ੍ਰਚਾਰ ਦੇ ਵਿੱਚ ਵੀ, ਜੇ ਉਹ ਲਹਿਰ ਚਲਾ ਦਿੱਤੀ ਸੀ ਕਰਨ ਦਾ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ, ਉਹ ਲਹਿਰ ਚਲਾਈ ਤਾਂ ਉਸ ਲਹਿਰ ਦੇ ਵਿੱਚ ਇੰਨੀ ਕਾਮਯਾਬੀ ਹੋ ਰਹੀ ਸੀ ਕਿ ਬੜਾ ਅਫਸੋਸ ਹੈ ਕਿ ਉਸ ਤੋਂ ਬਾਅਦ ਬੰਦ ਕਰ ਦਿੱਤੀ ਗਈ। ਜੇ ਗੁਰਦੁਆਰਿਆਂ ਦੇ ਵਿੱਚ ਚਹਿਲ ਪਹਿਲ ਹੋਣੀ ਸ਼ੁਰੂ ਹੋਈ ਸੀ ਧਰਮ ਪ੍ਰਚਾਰ ਦੀ ਲਹਿਰ ਦੇ ਵਿੱਚ, ਜਿੰਨੀਆਂ ਸ਼ਤਾਬਦੀਆਂ ਮਨਾਉਣੀਆਂ ਜਾਂ ਕੁਛ ਵੀ ਕਰਨਾ ਸੀਗਾ, ਇਹ ਮੇਰਾ ਖਿਆਲ ਹੈ ਕਿ ਪਲੈਨਿੰਗ ਜਿਹੜੀਆਂ ਉਦੋਂ ਦੀਆਂ ਬਣੀਆਂ ਹੋਈਆਂ। ਬਿਲਕੁਲ ਠੀਕ ਹੈ, ਚੰਗੀ ਗੱਲ ਬੀਬੀ ਤੁਸੀਂ ਕੰਮ ਕੀਤੇ, ਪਰ ਤੁਹਾਨੂੰ ਲੱਗਦਾ ਕਿ ਜਿਹੜਾ ਤੁਹਾਡਾ ਪਾਸਟ ਹੈ ਉਹ ਤੁਹਾਡਾ ਪਿੱਛਾ ਛੱਡ ਜੂਗਾ? ਕਿਉਂਕਿ ਬਹੁਤ ਸਾਰੇ ਐਲੀਗੇਸ਼ਨ, ਬਹੁਤ ਸਾਰੇ ਵਿਰੋਧੀ ਤੁਹਾਡੇ 'ਤੇ ਸਵਾਲ ਚੁੱਕਦੇ ਨੇ, ਉਹਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਲੈਂਦੇ ਹੋ ਅਤੇ ਉਸ ਨੂੰ ਕਿਸ ਤਰੀਕੇ ਨਾਲ ਤੁਸੀਂ ਦੇਖਦੇ ਹੋ? ਮੇਰੇ 'ਤੇ ਐਲੀਗੇਸ਼ਨ ਹੀ ਕੋਈ ਨਹੀਂ ਜੀ, ਉਹਨਾਂ ਦੀ ਸੋਚ ਹੈ। ਮੈਂ ਆਪਣਾ ਕੋਈ ਕੀਤਾ ਹੀ ਨਹੀਂ ਕੋਈ ਐਸਾ ਕੰਮ ਜਿਹੜਾ ਵਗਿਆ ਹੋਵੇ ਮੇਰੇ ਕੋਲ। ਇਹ ਤਾਂ ਕਹਿਣ ਵਾਲੇ ਦੀ ਹੈ ਨਾ ਜੀ, ਉਹਦੀ ਸੋਚ ਕਿੰਨੀ ਕੁ ਹੈ। ਪਰ ਤੁਸੀਂ ਇੱਕ ਇਹ ਵੀ ਹੈ ਨਾ, ਆਦਤ ਹੁੰਦੀ ਹੈ ਕਈ ਲੋਕਾਂ ਨੂੰ, ਤਾਂ ਆਦਤ ਹੈ ਕਿ ਉਹਨਾਂ ਕਿੰਤੂ ਪਰੰਤੂ ਹੀ ਕਰਨਾ ਹੁੰਦਾ ਹੈ। ਪਰ ਜਿਹੜੀਆਂ ਗੱਲਾਂ 'ਤੇ ਤੁਸੀਂ ਅੱਜ ਸਵਾਲ ਚੁੱਕ ਰਹੇ ਹੋ ਉਹਨਾਂ ਗੱਲਾਂ ਤੋਂ ਤੁਸੀਂ ਡਿਫੈਂਡ ਕਰਦੇ ਰਹੇ ਹੋ ਪਹਿਲਾਂ ਬਹੁਤ ਸਮਾਂ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਗੱਲ ਦੱਸੋ ਨਾ। ਤੁਸੀਂ ਇਸ ਤਰੀਕੇ ਨਾਲ ਜੇ ਪਾਹੇ ਉਹ ਹੁਣ ਤੁਸੀਂ ਕਹਿ ਰਹੇ ਹੋ ਕਿ ਦਖਲਅੰਦਾਜ਼ੀ ਹੋ ਰਹੀ ਹੈ ਚਾਹੇ ਬਾਦਲਾਂ ਦੀ, ਜਿਸ ਤਰੀਕੇ ਨਾਲ ਇਹ ਸਾਰਾ ਕੁਝ ਤੁਸੀਂ ਡਿਫੈਂਡ ਕਰਦੇ ਰਹੇ ਹੋ, ਬੇਅਦਬੀ ਤੋਂ ਲੈ ਕੇ ਰਾਮ ਰਹੀਮ ਨੂੰ ਮਾਫੀ ਦਾ ਸਾਰਾ ਕੁਝ ਤੁਸੀਂ ਡਿਫੈਂਡ ਕਰਦੇ ਰਹੇ ਹੋ। ਬਿਲਕੁਲ ਡਿਫੈਂਡ ਇਸ ਲਈ ਕਰਦੀ ਸੀ ਕਿ ਜਦੋਂ ਹੁਕਮਨਾਮਾ ਹੋਇਆ, ਅਸੀਂ ਮੈਂਬਰ SGPC ਜੇ ਬਣੇ ਸੀ ਅਤੇ ਸਾਡੀ ਨੋਟੀਫਿਕੇਸ਼ਨ ਨਹੀਂ ਸੀ ਹੋਈ। ਉਸ ਵੇਲੇ ਸਾਨੂੰ ਬੁਲਾਇਆ ਗਿਆ ਮੱਕੜ ਸਾਹਿਬ ਵੱਲੋਂ ਕਿ ਕੱਲ੍ਹ ਨੂੰ ਮੀਟਿੰਗ ਹੈ, ਸਿੰਘ ਸਾਹਿਬ ਦਾ ਹੁਕਮ ਜਿਹੜਾ ਆਇਆ ਉਹ ਆਪਾਂ ਦੱਸਣਾ। ਉੱਥੇ ਸਾਨੂੰ ਦੱਸਿਆ ਗਿਆ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜਿਹੜਾ ਉਹ ਮਾफ़ ਕਰ ਦਿੱਤਾ ਗਿਆ। ਉੱਥੇ ਅਸੀਂ ਕੀ ਕਰਦੇ, ਅਸੀਂ ਸਾਰੇ ਇੱਕ ਦੂਜੇ ਨੂੰ ਲੱਗ ਪਏ ਕਰਨ ਵੀ ਨਾ ਤਾਂ ਸਾਡੀ ਅਜੇ ਸ਼੍ਰੋਮਣੀ ਕਮੇਟੀ ਵੀ ਨਹੀਂ ਸੀ ਨੋਟੀਫਿਕੇਸ਼ਨ ਹੋਈ। ਉਹ ਜਿਸ ਤਰ੍ਹਾਂ ਕਹਿੰਦੇ ਨੇ ਘੁਸਰ ਮੁਸਰ ਸ਼ੁਰੂ ਹੋ ਗਈ ਵੀ ਇਹ ਕੀ ਬਣਿਆ, ਇਹ ਕੀ ਬਣਿਆ। ਅਤੇ ਉਹਨਾਂ ਨੇ ਦੂਜੇ ਦਿਨ ਉਹਨਾਂ ਨੂੰ ਜਦ ਰੌਲਾ ਪੈ ਗਿਆ ਅਤੇ ਉਹਨੂੰ ਫਿਰ ਵਾਪਸ ਲੈਣਾ ਪਿਆ। ਇਸ਼ਤਿਹਾਰ ਉਹਨਾਂ ਦੇ ਦਿੱਤੇ ਭਾਵੇਂ, ਕਿਉਂਕਿ ਅਸੀਂ ਤਾਂ ਹੈ ਹੀ ਨਹੀਂ ਸੀ ਵਿੱਚ, ਐਗਜ਼ੈਕਟਿਵ ਉਹੀ ਸੀ ਕੰਮ ਕਰਦੀ, ਮੱਕੜ ਸਾਹਿਬ ਪ੍ਰਧਾਨ ਸੀ, ਐਗਜ਼ੈਕਟਿਵ ਕੰਮ ਕਰ ਰਹੀ ਸੀ ਅਤੇ ਜਿਹੜੀ ਐਗਜ਼ੈਕਟਿਵ ਸੀ ਉਹਨਾਂ ਨੇ ਪਾਸ ਕੀਤਾ ਸਭ ਕੁਛ। ਇਮਾਨਦਾਰੀ ਨਾਲ ਦੱਸਿਓ ਕਿ ਅੱਜ ਤੁਹਾਨੂੰ ਲੱਗਦਾ ਹੈ ਕਿ ਦੁੱਖ ਹੁੰਦਾ ਕਿ ਉਸ ਵੇਲੇ ਜੇ ਵਿਰੋਧ ਕੀਤਾ ਹੁੰਦਾ ਸ਼ਾਇਦ ਬੀਬੀ ਜੀ ਦਾ ਕੱਦ ਹੋਰ ਉੱਚਾ ਹੋ ਜਾਂਦਾ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਇਹਨਾਂ ਗੱਲਾਂ ਨੂੰ ਤਾਂ ਤੁਸੀਂ ਡਿਫੈਂਡ ਕਰਦੇ ਹੋ, ਹੁਣ ਜਦੋਂ ਪਾਰਟੀ 'ਚ ਨਹੀਂ ਰਹੇ ਤਾਂ ਫਿਰ ਤੁਸੀਂ ਸਵਾਲ ਚੁੱਕੋ। ਦੇਖੋ, ਪਾਰਟੀ ਇੱਕ ਪਰਿਵਾਰ ਹੁੰਦਾ, ਅੰਦਰ ਵੜ ਕੇ ਅਸੀਂ ਸਾਰਾ ਕੁਝ ਕਹਿੰਦੇ ਹਾਂ, ਅੰਦਰ ਅਸੀਂ। ਅੱਛਾ ਇੱਕ ਦੱਸੋ, ਮੈਂ ਇੰਨਾ ਲੋਇਲ ਸੀ, ਇੰਨੀ ਸਿੰਸੀਅਰ ਸੀ, ਫਿਰ ਉਹਨਾਂ ਨੂੰ ਕੀ ਲੋੜ ਸੀ ਮੈਨੂੰ ਬਾਹਰ ਕੱਢਣ ਦੀ? ਰਾਤੋਂ ਰਾਤ ਨਹੀਂ ਕੋਈ ਗੱਲ ਹੋਈ। ਜਿਹੜਾ ਬੰਦਾ ਇੰਨੀ ਸਿੰਸੀਅਰ ਵਰਕਰ ਨੂੰ ਕੋਈ ਇੱਕਦਮ ਬਾਹਰ ਕੱਢ ਦੋ, ਇਹਦਾ ਮਤਲਬ ਕਿ ਗੱਲਾਂ ਰੋਕਦੀ ਸੀ ਮੈਂ ਤਾਂ ਹੀ ਹੋਈਆਂ ਨਾ। ਜੇ ਮੈਂ ਵਿੱਚ ਅੜਦੀ ਸੀ ਕਿਤੇ ਵੇਲੇ ਤਾਂ ਹੀ ਹੋਈ ਨਾ। ਜੇ ਉੱਥੇ 350 ਸਾਲਾਂ 550 ਸਾਲਾਂ ਮਨਾਇਆ ਗੁਰੂ ਨਾਨਕ ਪੁਰਬ ਦੇ ਉੱਤੇ, ਉੱਥੇ ਬਾਣੀ ਦੀ ਗੱਲ ਆ ਗਈ, ਉੱਥੇ ਮੈਂ ਅੜੀ। ਉੱਥੇ ਕੋਈ ਐਡਮਿਨਿਸਟ੍ਰੇਟਿਵ ਲੈਵਲ 'ਤੇ ਕਈ ਗੱਲਾਂ ਸੀਗੀਆਂ, ਉੱਥੇ ਮੈਂ ਟੋਕਦੀ ਸੀਗੀ, ਜਾਂ ਗਲਤੀ ਕੋਈ ਹੁੰਦੀ ਸੀ ਮੈਂ ਰੋਕਦੀ ਸੀਗੀ। ਜੇ ਉੱਥੇ ਗੁਰਮਤਿ ਰਹਿਤ ਮਰਿਆਦਾ ਦੀ ਗੱਲ ਹੈ, ਜਿੱਥੇ ਉੱਥੇ ਖਤਮ ਹੁੰਦੀ ਸੀ ਉੱਥੇ ਮੈਂ ਰੋਕਦੀ ਸੀ, ਜਾਂ ਮੈਂ ਨਹੀਂ ਸੀ ਕਰਦੀ, ਜਾਂ ਕੋਈ ਮੰਨ ਲਓ ਕਿ ਗਲਤ ਕੰਮ ਕੀਤਾ, ਕਿਸੇ ਮੈਨੇਜਰ ਨੂੰ ਸਸਪੈਂਡ ਕਰਤਾ, ਉਹ 'ਤੇ ਐਲੀਗੇਸ਼ਨ ਹੈ ਕਰਪਸ਼ਨ ਦੇ, ਉਹ ਮੈਨੂੰ ਕਹਿੰਦੇ ਸੀਗੇ ਕਿ ਇਹਨੂੰ ਬਹਾਲ ਕਰੋ, ਮੈਂ ਕਿਹਾ ਨਹੀਂ ਕਰਨਾ। ਜੇ ਮੈਂ ਹੌਲੀ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਇੱਕ ਕਿਸਮ ਦਾ ਇਕੱਠਾ ਹੋ ਜਾਂਦਾ ਕੰਮ। ਕਿਸੇ ਇੱਕ ਗੱਲ ਦਾ ਮਲਾਲ ਹੈ ਤੁਹਾਨੂੰ ਕਿ ਇਹ ਕੰਮ ਜੇ ਤੁਸੀਂ ਕਰ ਦਿੰਦੇ, ਇਹ ਕੰਮ ਰਹਿ ਗਿਆ ਤੁਹਾਡੇ ਤੋਂ? ਨਹੀਂ, ਮੈਂ ਕੋਸ਼ਿਸ਼ ਕੀਤੀ ਹੈ ਜੀ। ਤੁਸੀਂ ਇਹ ਦੇਖੋ ਕਿ ਮੈਂ ਜਿਹੜੇ ਆਮ ਤੌਰ 'ਤੇ ਹੁੰਦਾ ਸੀ, ਗੋਲਕਾਂ ਦਾ ਬੜਾ ਜ਼ੋਰ ਹੁੰਦਾ ਸੀ, ਉੱਥੇ ਮੈਂ ਗੋਲਕਾਂ ਚੁਕਾਉਂਦੀ ਸੀ, ਉਹ ਬਾਬੇ ਮੇਰੇ ਨਾਲ ਨਾਰਾਜ਼ ਹੋ ਜਾਂਦੇ ਸੀ, ਮੈਂਬਰ ਨਾਰਾਜ਼ ਹੋ ਜਾਂਦੇ ਸੀ, ਲੀਡਰ ਨਾਰਾਜ਼ ਹੋ ਜਾਂਦੇ ਸੀਗੇ ਵੀ ਗੋਲਕਾਂ ਕਿਉਂ ਚੁਕਾਉਣੀ ਹੈ, ਪਰ ਮੈਂ ਚੁਕਾਉਂਦੀ ਸੀ ਜ਼ੋਰ ਨਾਲ। ਪਰਲੇ ਪਾਸੇ ਜੋੜਾ ਘਰ ਬਣਾਇਆ, ਉੱਥੇ ਮੈਂ ਮੇਰਾ ਖਿਆਲ ਜਿੰਨਾ ਲੋਹਾ ਮੈਂ ਉੱਥੇ ਲੈ ਕੇ ਬਣਾਇਆ, ਜੋੜਾ ਘਰ 'ਤੇ ਸਾਈਕਲ ਸਟੈਂਡ, ਸਕੂਟਰ ਸਟੈਂਡ, ਘੱਟੋ ਘੱਟ 100 ਕਰੋੜ ਦੀ ਪ੍ਰੋਪਰਟੀ ਹੋਏਗੀ, ਜਿਹੜੀ ਉੱਥੇ ਛਡਾ ਕੇ ਅਤੇ 2 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਮੈਂ ਦਿੱਤਾ। ਐਡਾ ਵੱਡਾ ਕੰਮ ਕੀਤਾ, ਉਹਦੇ 'ਚ ਵੀ ਕਈ ਨਾਰਾਜ਼ ਹੋਏ ਵੀ ਕਿਉਂ ਤੁਸੀਂ ਕਹਿ ਰਹੇ ਹੋ। ਅਜਾਇਬ ਘਰ ਸਾਡਾ ਬਹੁਤ ਵੱਡਾ ਬਣਨਾ ਸੀਗਾ, ਉਹ 10 ਕਰੋੜ ਦਾ ਉਹਦਾ ਖਰਚ ਸੀਗਾ, ਕਿਉਂਕਿ ਸਮਾਂ ਹੁੰਦਾ ਹੈ ਕਿਸ ਤਰ੍ਹਾਂ ਕਿ ਕਰੋਨਾ ਲੱਗ ਗਿਆ। ਇੱਕ ਤਾਂ ਮੈਂ ਜਦੋਂ ਵੀ ਬਣੀ ਹੈ ਨਾ ਜੀ, ਕੋਈ ਨਾ ਕੋਈ ਐਸੀ ਆਫਤ ਆਈ ਰਹੀ ਹੈ। ਕਰੋਨਾ ਦਾ ਸਿਸਟਮ ਸਮਾਂ ਆ ਗਿਆ, ਕਿਸਾਨ ਮੋਰਚਾ ਲੱਗ ਗਿਆ, ਪੂਰਾ ਸਾਲ ਮੇਰਾ ਇੱਧਰ ਹੀ ਨਿਕਲ ਗਿਆ। ਔਰ ਮੈਂ ਰੱਜ ਕੇ ਕੰਮ ਕੀਤਾ, ਕਿਸਾਨ ਮੋਰਚੇ 'ਚ ਵੀ ਰੱਜ ਕੇ ਕੰਮ ਕੀਤਾ,
ਸਾਰੀ ਸੰਸਥਾ ਵੱਲੋਂ, ਮੈਂ ਨਹੀਂ ਕੀਤਾ, ਘਰੋਂ ਨਹੀਂ ਮੈਂ ਕੀਤਾ, ਪਰ ਸਾਰੀ ਸੰਸਥਾ ਵੱਲੋਂ ਜੋ ਉੱਥੇ ਅਸੀਂ ਰਿਮਾਰਕੇਬਲ ਕੰਮ ਕੀਤੇ ਹੈ, ਭਾਵੇਂ ਲੰਗਰਾਂ ਦੇ ਕੰਮ ਸੀ, ਭਾਵੇਂ ਕੋਈ ਉੱਥੇ ਵਾਟਰਪ੍ਰੂਫ ਟੈਂਟ ਬਣਾ ਕੇ ਦੇਣ ਦੀ ਗੱਲ ਸੀ, ਭਾਵੇਂ ਉੱਥੇ ਕੋਈ ਮੈਡੀਸਨ ਦੀ ਗੱਲ ਸੀ, ਭਾਵੇਂ ਟਾਇਲਟਸ ਦੀ ਗੱਲ ਸੀ, ਭਾਵੇਂ ਉੱਥੇ ਪ੍ਰਚਾਰਕ ਭੇਜ ਕੇ ਪ੍ਰਚਾਰ ਕਰਾਉਣ ਦੀ ਗੱਲ ਸੀ, ਹਰ ਪੱਖ ਤੋਂ ਮੇਰਾ ਖਿਆਲ ਅਸੀਂ ਕੋਈ ਕਮੀ ਨਹੀਂ ਛੱਡੀ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ। ਔਰ ਉਸ ਵੇਲੇ ਵੀ ਬੱਲੇ ਬੱਲੇ ਕਰ ਗਏ ਸੀ ਸਾਰੇ ਕਿਸਾਨ ਵੀ ਤੇ ਲੋਕ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਜਿਹੜੀ ਸਭ ਤੋਂ ਉੱਤਮ ਸੇਵਾ ਕਰ ਰਹੇ। ਇੱਦਾਂ ਹੀ ਅਸੀਂ ਜਿਹੜੀ ਮੈਡੀਕਲੀ ਉੱਥੇ 5 ਵੈਨਾਂ ਅਸੀਂ ਖੜੀਆਂ ਕਰ ਛੱਡੀਆਂ। ਜੇ ਅਸੀਂ ਕਰੋਨਾ ਦੀ ਗੱਲ ਆਈ ਹੈ, ਅਸੀਂ ਮੇਰੇ ਖਿਆਲ ਪਹਿਲੀ ਸੰਸਥਾ ਸੀ ਜਿਹਨੇ ਕਨਸੈਂਟਰੇਟਡ ਬਾਹਰੋਂ ਮੰਗਾ ਕੇ ਅਸੀਂ ਸਵਾਸਾਂ ਦੇ ਲੰਗਰ ਲਾਏ, ਦਵਾਈਆਂ ਦਿੱਤੀਆਂ। ਇਹ ਵੀ ਤਾਂ ਸਾਡੀ ਐਡਮਿਨਿਸਟ੍ਰੇਸ਼ਨ ਸੀ ਨਾ, ਇਹ ਵੀ ਕੰਮ ਸੀਗਾ ਨਾ। ਅਤੇ ਇਹ ਕੰਮ ਕੌਣ ਸੋਚਦਾ ਜਿਹਦੇ ਅੰਦਰ ਕੋਈ ਦਰਦ ਹੋਵੇ ਮਨੁੱਖਤਾ ਦਾ। ਸੋ ਮੇਰਾ ਕਹਿਣ ਤੋਂ ਭਾਵ ਹੈ ਕਿ ਮੈਨੂੰ ਸਿਰਫ ਇੱਕੋ ਹੀ ਹੈ, ਮੈਨੂੰ ਮਲਾਲ ਇਹ ਹੈ ਕਿ ਸਮਾਂ ਇੱਕ ਸਾਲ ਦਾ ਹੁੰਦਾ ਹੈ। ਜਦੋਂ ਕੋਈ ਬੰਦਾ ਇੱਕ ਪੀਕ 'ਤੇ ਪਹੁੰਚਦਾ ਕੰਮ ਕਰਦਾ ਫਿਰ ਉਹਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ। ਉਹਦੇ ਕੰਮ ਜਿਹੜੇ ਸ਼ੁਰੂ ਕੀਤੇ ਹੁੰਦੇ ਅਧੂਰੇ ਰਹਿ ਜਾਂਦੇ। ਦੂਸਰਾ ਪ੍ਰਧਾਨ ਆਉਂਦਾ, ਉਹਦਾ ਵਿਜ਼ਨ ਹੋਰ ਹੁੰਦਾ, ਉਹਦਾ IQ ਹੋਰ ਹੁੰਦਾ। ਉਹ ਉੱਥੇ ਜਿਹੜਾ ਕੰਮ ਅਸਲੀ ਕਰਨ ਵਾਲੇ ਹੁੰਦੇ ਆ ਉਹਨੂੰ ਕੱਟ ਦਿੰਦੇ ਆ, ਨਵੇਂ ਕੰਮ ਸ਼ੁਰੂ ਕਰ ਦਿੰਦੇ, ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਸ਼੍ਰੋਮਣੀ ਕਮੇਟੀ ਦਾ। ਮੈਨੂੰ ਸਿਰਫ ਇੱਕੋ ਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੋਣ 5 ਸਾਲ ਬਾਅਦ ਹੋਣੀ ਚਾਹੀਦੀ। ਪ੍ਰਧਾਨ ਅਤੇ ਐਗਜ਼ੈਕਟਿਵ ਦੀ ਜਿਹੜੀ ਚੋਣ ਹੈ ਉਹ ਵੀ 5 ਸਾਲਾਂ 'ਚ ਇੱਕ ਵਾਰੀ ਹੋਣੀ ਚਾਹੀਦੀ ਹੈ। ਇਹ ਟਰਮ ਜਿਹੜੀ 5 ਸਾਲ ਦੀ ਹੋਣੀ ਚਾਹੀਦੀ, ਨਹੀਂ ਤਾਂ 2.5 ਸਾਲ ਹੋਵੇ ਘੱਟੋ ਘੱਟ। ਕੋਈ ਪ੍ਰਧਾਨ ਕੋਈ ਕੰਮ ਕਰਨ ਦਾ ਆਪਣਾ ਟੀਚਾ ਤਾਂ ਪੂਰਾ ਕਰ ਸਕੇ। ਇਹ ਜ਼ਰੂਰ ਮੈਨੂੰ ਹੈਗਾ ਕਿ ਇਹ ਗੌਰਮੈਂਟ ਆਫ ਇੰਡੀਆ ਨੇ ਜਿਹੜਾ ਸਾਡਾ ਐਕਟ ਹੈ ਉਹਦੇ ਵਿੱਚ ਸਾਡੀ ਪਾਰਟੀ ਵੀ ਨਹੀਂ ਸੀ ਚਾਹੁੰਦੀ ਜੀ। ਸ਼੍ਰੋਮਣੀ ਅਕਾਲੀ ਦਲ ਕਦੋਂ ਚਾਹੁੰਦਾ ਸੀਗਾ ਕਿ ਇਹ ਟਰਮ 2 ਸਾਲ ਦੀ ਹੋ ਜੇ ਆਪਣੀ ਮਰਜ਼ੀ ਹੈ ਤਾਂ 4 ਸਾਲ ਬਿਠਾ ਦਿਓ, ਆਪਣੀ ਮਰਜ਼ੀ ਹੈ ਤਾਂ 1 ਸਾਲ ਕਰਾਓ। ਜਿਹੜਾ ਕੰਮ ਕਰੇਗਾ ਪ੍ਰਧਾਨ ਉਹਨੂੰ 1 ਸਾਲ, ਜਿਹੜਾ ਨਹੀਂ ਕਰੇਗਾ ਗੁਲਾਮ ਬਣ ਕੇ ਰਹੇਗਾ ਉਹਨੂੰ 4 ਸਾਲ। ਅੱਛਾ, ਆਖਰੀ ਮੇਰਾ ਸਵਾਲ ਹੈ, ਹੁਣ ਵੋਟਾਂ ਬਣਾਉਣ ਵਾਸਤੇ ਕਹਿ ਦਿੱਤਾ ਚੋਣ ਕਮਿਸ਼ਨ ਦੇ ਵੱਲੋਂ, ਇਸ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਅਤੇ ਸਿੱਖਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਾਰੇ ਸਿੱਖਾਂ ਨੂੰ ਬੇਨਤੀ ਕਰਦੀ ਹਾਂ, ਪੰਜਾਬ ਵਾਸੀਆਂ ਨੂੰ, ਚੰਡੀਗੜ੍ਹ ਵਾਸੀਆਂ ਨੂੰ, ਹਿਮਾਚਲ, ਅਤੇ ਮੈਂ ਬੇਨਤੀ ਵੀ ਕਰੂੰਗੀ ਭਾਰਤ ਸਰਕਾਰ ਨੂੰ ਕਿ ਹਰਿਆਣੇ ਦੀ ਚੋਣ ਵੀ ਕਰਾਈ ਜਾਵੇ, ਕਿਉਂਕਿ ਉਹ ਸਾਡੀ ਕੌਂਸਟੀਚੁਐਂਸੀਜ਼ ਡੀਨੋਟੀਫਾਈ ਨਹੀਂ ਹੋਈਆਂ ਸਾਡੇ ਐਕਟ ਵਿੱਚੋਂ, ਕਿਉਂਕਿ ਪਾਰਲੀਮੈਂਟ 'ਚ ਜਾ ਕੇ ਡੀਨੋਟੀਫਾਈ ਹੋਣੀਆਂ ਸੀਗੀਆਂ। ਉਹ ਸਾਡੀ ਕੌਂਸਟੀਚੁਐਂਸੀਜ਼ ਅਜੇ ਉੱਦਾਂ ਹੀ ਐਗਜ਼ਿਸਟ ਕਰਦੀਆਂ। ਚੋਣ ਕਰਾ ਦੇਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਜਾਏ ਕਿ ਸਿੱਖ ਕੀ ਚਾਹੁੰਦੇ ਹੈ। ਸੋ ਸਾਰੇ ਸਿੱਖਾਂ ਨੂੰ ਜਿਹੜੀਆਂ ਸ਼ਰਤਾਂ ਪੂਰੀਆਂ ਕਰਦੇ ਹੋਣ, ਜੋ ਸ਼ਰਤਾਂ ਲੱਗੀਆਂ ਹੁੰਦੀਆਂ, ਉਹ ਇੱਕ ਸਿੱਖ ਜਿਹੜਾ ਉਹਦੀ ਵੋਟ ਬਣਾਏ। ਇਹ ਨਾ ਸੋਚੇ ਕਿ ਵੋਟ ਦਾ ਕੀ ਹੁੰਦਾ, ਕਿਉਂਕਿ ਫਿਰ ਤੁਸੀਂ ਲਗਾਤਾਰ ਪਛਤਾਉਂਦੇ ਹੋ ਵੀ ਅਸੀਂ ਆਪਣੀ ਵੋਟ ਨਾਲ ਚੰਗੇ ਵਿਅਕਤੀਆਂ ਨੂੰ ਚੁਣ ਕੇ ਉੱਥੇ ਭੇਜ ਸਕੀਏ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਸਾਰੇ ਸਿੱਖ ਜਦੋਂ ਵੋਟਾਂ ਸ਼ੁਰੂ ਹੋਣ, ਜਿਹੜੇ ਸ਼ਰਤਾਂ ਪੂਰੀਆਂ ਕਰਦੇ ਹੋਣ, ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੋ ਕੇ ਸੇਵਾ ਆਪਣੀ ਕਰਨੀ ਚਾਹੁੰਦੇ ਹੈ, ਉਹ ਜ਼ਰੂਰ ਇਹਦੇ ਵਿੱਚ ਅੰਮ੍ਰਿਤਧਾਰੀ ਸਿੱਖ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਜਾਂ ਸਿਧਾਂਤਕ ਤੌਰ 'ਤੇ ਪਹਿਰੇਦਾਰੀ ਕਰਨ ਵਾਲੇ ਬਾਣੀ ਦੇ ਧਾਰਨੀ, ਉਹ ਚੋਣ ਵੀ ਲੜਨਾ ਚਾਹੁਣ ਤਾਂ ਉਹ ਚੋਣ ਲੜ ਸਕਦੇ ਆ, ਕਿਉਂਕਿ ਉਹਦੇ ਵਾਸਤੇ ਹੱਕ ਹੈ। ਵੋਟ ਹਰ ਸਿੱਖ ਦੀ ਬਣਦੀ ਹੈ, ਉਹ ਅੰਮ੍ਰਿਤਧਾਰੀ ਹੋਵੇ ਜਾਂ ਨਾ ਹੋਵੇ, ਲੇਕਿਨ ਪੂਰਨ ਗੁਰਸਿੱਖ ਹੋਵੇ, ਪੂਰਾ ਦਾ ਸਰੂਪ ਹੋਵੇ। ਲੇਕਿਨ ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਸਤੇ ਉਹਦਾ ਅੰਮ੍ਰਿਤਧਾਰੀ ਹੋਣਾ, ਸ਼੍ਰੀ ਅਕਾਲ ਤਖ਼ਤ ਸਮਰਪਿਤ ਹੋਣਾ, ਉਹ ਇੱਕ ਜ਼ਰੂਰੀ ਗੱਲ ਹੁੰਦੀ। ਸਭ ਨੂੰ ਵੋਟ ਪਾਉਣੀ ਚਾਹੀਦੀ ਹੈ। ਅਤੇ ਮੈਨੂੰ ਆਸ ਤਾਂ ਨਹੀਂ ਲੱਗਦੀ ਹੈ ਜੇ ਕਿ ਭਾਰਤ ਸਰਕਾਰ ਚੋਣ ਕਰਾਵੇ ਛੇਤੀ, ਪਰ ਸਾਨੂੰ ਇੱਕ ਆਸ ਜਾਗੀ ਜ਼ਰੂਰ ਹੈ। ਜਿਹੜਾ ਉਹਨਾਂ ਕਿਹਾ ਵੀ ਵੋਟਾਂ ਬਣਨੀਆਂ ਸ਼ੁਰੂ ਹੋਣਗੀਆਂ, ਅਤੇ ਲੱਗਦਾ ਹੈ ਕਿ ਉਹਨਾਂ ਨੂੰ ਚੋਣ ਕਰਾਉਣੀ ਚਾਹੀਦੀ ਹੈ, ਕਿਉਂਕਿ ਜੇ ਸਾਡੀ ਸੰਸਥਾ ਵਿੱਚ ਉਹ ਇਸ ਕਰਕੇ ਚੋਣ ਨਹੀਂ ਕਰਾਉਣਗੇ ਕਿ ਆਪਣੀ ਮਨਮਾਨੀ ਕਰਨਗੇ, ਇਹ ਤਾਂ ਫਿਰ ਬਹੁਤ ਮਾੜੀ ਗੱਲ ਹੈ। ਬਹੁਤ ਸ਼ੁਕਰੀਆ, ਸਮਾਂ ਦਿੱਤਾ, ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ ਤੁਹਾਡਾ। ਤਾਂ ਅੱਜ ਦੀ ਇਸ ਮੁਲਾਕਾਤ ਦੇ ਵਿੱਚ ਬੀਬੀ ਜਗੀਰ ਕੌਰ ਜੀ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ। ਬੜੇ ਬੇਬਾਕੀ ਦੇ ਨਾਲ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ, ਅਤੇ ਨਾਲ ਦੀ ਨਾਲ ਆਪਣਾ ਵਿਜ਼ਨ ਹੈ ਜਿਹੜਾ ਆਪਣੀ ਸ਼੍ਰੋਮਣੀ ਅਕਾਲੀ ਦਲ ਪੰਥਕ, ਉਸ ਦਾ ਜਿਹੜਾ ਉਹ ਇਸ ਵੇਲੇ ਸਾਡੇ ਸਾਰਿਆਂ ਦੇ ਸਾਹਮਣੇ ਰੱਖਿਆ ਹੈਗਾ। ਤਾਂ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿੰਨੇ ਕੁ ਸਿੱਖ ਇਹਨਾਂ ਦੇ ਨਾਲ ਜੁੜਦੇ ਨੇ, ਕਿੰਨੇ ਕੁ ਇਹਨਾਂ ਦੀ ਟੀਮ ਮੈਂਬਰ ਬਣਦੇ ਨੇ, ਅਤੇ ਕੀ ਕੁਛ ਆਉਣ ਵਾਲੇ ਦਿਨਾਂ ਦੇ ਵਿੱਚ ਕਰਦੇ ਨੇ, ਉਸ ਦੇ ਉੱਤੇ ਵੀ ਨਜ਼ਰ ਜਿਹੜੀ ਬਣੀ ਰਹੇਗੀ। ਪਰ ਫਿਲਹਾਲ ਇਸ ਇੰਟਰਵਿਊ ਬਾਰੇ, ਇਸ ਮੁਲਾਕਾਤ ਬਾਰੇ ਤੁਹਾਡਾ ਕੀ ਕਹਿਣਾ ਉਹ ਸਾਨੂੰ ਜ਼ਰੂਰ ਦੱਸਣਾ। ਫਿਲਹਾਲ ਮੈਨੂੰ ਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।